ਪਹਿਲੀ ਤਕਨੀਕ ਇਹਨਾਂ ਦੇ ਕੋਲ ਆਈ ਹੈ। ਸੁਪਰ ਰੋਬੋਟਿਕ ਕਹਿ ਸਕਦੇ ਹਾਂ, ਉਹਨੂੰ ਸੁਪਰ ਤਰੀਕਾ ਹੈ ਇੱਕ ਤਰੀਕੇ ਦੇ ਨਾਲ ਗੋਡੇ ਬਦਲਣ ਦਾ। ਰੋਬੋਟਿਕ ਤਰੀਕੇ ਦੇ ਨਾਲ ਗੋਡੇ ਬਦਲੇ ਜਾਂਦੇ ਨੇ ਰੋਬੋਟ ਦੇ ਜ਼ਰੀਏ। ਪਹਿਲੇ ਆਪਾਂ ਦੇਖਦੇ ਸੀ ਬਜ਼ੁਰਗਾਂ ਦੇ ਵਿੱਚ ਇਹ ਦਿੱਕਤ ਆ ਰਹੀ ਹੈ, ਬਟ ਹੁਣ ਉਹੀ ਦਿੱਕਤ ਅਸੀਂ ਦੇਖ ਰਹੇ ਹਾਂ ਕਿ 35-40 ਸਾਲ ਦੇ ਨੌਜਵਾਨ ਜਿਹੜੇ ਪੀੜ੍ਹੀ ਹੈਗੀ ਉਹਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਹੈ। ਤੇ ਉਹ ਮੋਟਾਪੇ ਨੂੰ ਆਪਾਂ ਜੇ ਪ੍ਰੀਵੈਂਟ ਕਰੀਏ, ਹੈਲਦੀ ਰਹੀਏ, ਸੈਰ ਕਰਦੇ ਰਹੀਏ, ਕੁਛ ਨਾ ਕੁਛ ਐਕਸਰਸਾਈਜ਼ ਕਰਦੇ ਰਹੀਏ ਤਾਂ ਆਪਾਂ ਗੋਡੇ ਦੀ ਦਿੱਕਤ ਤੋਂ ਵੀ ਬਚ ਸਕਦੇ ਹਾਂ। ਤਾਂ ਇਹਦੇ ਵਿੱਚ ਕੀ ਹੈ ਕਿ ਇਨਫਲੇਮੇਸ਼ਨ ਗੋਡੇ ਦੇ ਵਿੱਚ ਆਉਂਦੀ ਹੈਗੀ ਹੈ ਤੇ ਉਹਦੇ ਵਿੱਚੋਂ ਅੰਦਰੋਂ ਦੀ ਜਿਹੜੀ ਉਹਦੀ ਕਾਰਟਿਲੇਜ ਹੈ ਉਹ ਖਰਾਬ ਹੁੰਦੀ ਹੈ ਤੇ ਗੋਡਾ ਦੀ ਹੱਡੀ ਆਪਸ ਰਗੜਨ ਲੱਗਦੀ ਹੈ ਕਿ ਉਸ ਕਾਰਨ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਹੜੀ ਉਹ ਸਟੇਜ ਹੈ ਜਿੱਥੇ ਜਾ ਕੇ ਆਪਰੇਸ਼ਨ ਕੰਪਲਸਰੀ ਹੋ ਜਾਂਦਾ ਹੈ, ਉਹਦੇ ਬਿਨਾਂ ਨਹੀਂ ਸਰ ਸਕਦਾ? ਪੇਸ਼ੈਂਟ ਸਾਡੇ ਕੋਲ ਕਈ ਵਾਰ ਵੀਲ ਚੇਅਰ ਤੇ ਆਉਂਦੇ ਹੈਗੇ ਨੇ ਤੇ ਆਪਰੇਸ਼ਨ ਤੋਂ ਅਗਲੇ ਦਿਨ ਤੁਰਨਾ ਫਿਰਨਾ ਸ਼ੁਰੂ ਕਰਕੇ ਤੁਰਦੇ ਹੋਏ ਘਰ ਜਾਂਦੇ ਨੇ। ਮਤਲਬ ਇਹੋ ਜਿਹੀ ਜਾਦੂਗਰੀ ਵਾਲੀ ਸਰਜਰੀ ਆਪਾਂ ਕਹਿ ਸਕਦੇ ਹਾਂ। ਤੇ ਪੇਸ਼ੈਂਟ ਦੀ ਦਰਦ ਡੇਲੀ ਗੋਲੀ ਲੈਣ ਵਾਲੀ ਹੋ ਗਈ ਕਿ ਦਰਦ ਦੀ ਗੋਲੀ ਆਪਾਂ ਨੂੰ ਡੇਲੀ ਲੈਣੀ ਪੈ ਰਹੀ ਹੈ, ਜਾਂ ਫਿਰ ਗੋਡੇ ਵਿੱਚ ਵਿੰਗ ਪੈਣ ਲੱਗ ਗਿਆ ਹੈ, ਗੋਡੇ ਬਾਹਰ ਨਿਕਲਣ ਲੱਗ ਗਏ ਨੇ, ਪੂਰਾ ਮੁੜਦਾ ਹੈ ਨਹੀਂ, ਸਿੱਧਾ ਨਹੀਂ ਹੁੰਦਾ। ਉਹ ਇੱਕ ਤਾਂ ਸਭ ਤੋਂ ਵੱਡਾ ਡਰ ਹੁੰਦਾ ਹੈ ਦਰਦ ਦਾ, ਕਿ ਜੀ ਆਪਰੇਸ਼ਨ ਤੋਂ ਬਾਅਦ ਦਰਦ ਹੋਊਗਾ। ਬਿਕੋਜ਼ ਜਦੋਂ ਅਸੀਂ 2011  'ਚ ਇੱਥੇ ਆਪਰੇਸ਼ਨ ਸ਼ੁਰੂ ਕੀਤੇ ਸੀ ਤਾਂ ਲੋਕ ਆ ਕੇ ਇਹੀ ਡਰ ਆਪਣਾ ਜ਼ਾਹਿਰ ਕਰਦੇ ਸੀਗੇ ਕਿ ਹਾਂਜੀ ਦਰਦ ਬਹੁਤ ਜ਼ਿਆਦਾ ਹੋਊਗਾ। ਬਟ ਟਾਈਮ ਦੇ ਨਾਲ ਐਨੈਸਥੀਸੀਆ ਟੈਕਨੀਕਸ ਇੰਨੀਆਂ ਸੁਧਰ ਗਈਆਂ ਨੇ ਕਿ ਹੁਣ ਦਰਦ ਨਾ ਮਾਤਰ ਵਾਂਗ ਹੋ ਗਿਆ। ਇਹ ਮੈਂ ਨਹੀਂ ਕਹੂੰਗਾ ਕਿ ਪੇਨਲੈਸ ਹੋ ਗਿਆ ਹੈਗਾ, ਬਟ ਸਹਿਣਯੋਗ ਹੈ ਤੇ ਉਹ ਵੀ ਸਿਰਫ ਪਹਿਲੀ ਰਾਤ ਦਾ ਦਰਦ। ਫਾਈਨਲ ਜਦੋਂ ਰੋਬੋਟ ਨੇ ਕੰਮ ਕਰਨਾ ਤਾਂ ਇੱਕ ਆਪਰੇਟਰ ਹੈਗਾ ਜਾਂ ਜਿਹੜਾ ਡਾਕਟਰ ਹੈ ਉਹਨੂੰ ਪਕੜ ਕੇ ਉਹਨੂੰ ਰੋਬੋਟ ਦੇ ਆਰਮ ਨੂੰ ਚਲਾਉਣਾ ਪੈਂਦਾ ਹੈਗਾ। ਬਟ ਜਿਹੜਾ ਸਿਸਟਮ ਆਪਾਂ ਲੈ ਕੇ ਆਏ ਹਾਂ ਉਹ ਟੋਟਲ ਐਕਟਿਵ ਸਿਸਟਮ ਹੈਗਾ, ਜਿਹਦੇ ਵਿੱਚ ਕਿ ਸਭ ਤੋਂ ਪਹਿਲੇ ਆਪਾਂ ਇੱਕ 3D CT ਸਕੈਨ ਦੇ ਨਾਲ ਪਲੈਨਿੰਗ ਕਰਦੇ ਹੈਗੇ। ਤੇ ਜੇ ਬਾਈ ਚਾਂਸ ਵੀ ਜਿਵੇਂ ਕਹਿ ਲਓ ਨਾ ਆਪਣਾ ਹੱਥ ਲੱਗ ਜਾਂਦਾ ਹੈ, ਥੋੜ੍ਹਾ ਜਿਹਾ ਬੋਡੀ ਹਿਲਦੀ ਹੈ, ਰੋਬੋਟ ਉੱਥੇ ਹੀ ਰੁਕ ਜਾਂਦਾ ਹੈ। ਇਹਦੇ ਵਿੱਚ ਆਟੋ ਸਟਾਪ ਹੈਗਾ, ਵਾਪਸ ਆਪਣੀ ਪੋਜੀਸ਼ਨ 'ਤੇ ਜਾਏਗਾ। ਜੇ ਆਪਾਂ ਕਹਿੰਦੇ ਨਾ ਨਾਰਮਲ ਤਕਨੀਕ ਨਾਲ ਇਹ ਗੋਡਾ 20 ਸਾਲ ਲਾਸਟ ਕਰ ਜੂਗਾ ਤਾਂ ਹੋ ਸਕਦਾ ਉਹੀ ਇਸ ਤਕਨੀਕ ਦੇ ਨਾਲ 25 ਤੋਂ 30 ਸਾਲ ਲਾਸਟ ਕਰਨ ਲੱਗ ਜਾਏ। ਇਕੱਲਾ ਸਰਜਨ ਵੀ ਕੁਝ ਨਹੀਂ ਕਰ ਸਕਦਾ, ਇਕੱਲਾ ਰੋਬੋਟ ਵੀ ਕੁਝ ਨਹੀਂ ਕਰ ਸਕਦਾ। ਇਟ ਹੈਜ਼ ਟੂ ਬੀ ਅ ਟੀਮ ਵਰਕ। ਇੱਕ ਕਹਿ ਲਓ ਸਾਡੀ ਸੱਜੀ ਬਾਂਹ ਬਣ ਕੇ ਅੱਗੇ ਆਇਆ ਹੈਗਾ ਕਿ ਸਾਡੇ ਜਿਹੜੇ ਹੱਥ ਦੇ ਵਿੱਚ ਬਾਈ ਚਾਂਸ 1-2 mm ਦੀ ਇਨਐਕਿਊਰੇਸੀ ਜਿਹੜੀ ਆ ਸਕਦੀ ਹੈ ਉਹ ਵੀ ਇਹਦੇ ਨਾਲ ਦੂਰ ਹੋ ਜਾਏ। ਉਹ ਇੱਕ ਸਹੂਲਤ ਹੈ ਜੋ ਅਸੀਂ ਪੇਸ਼ੈਂਟ ਦੇ ਲਈ ਲੈ ਕੇ ਆਏ ਹਾਂ। ਬਟ ਜਿਹੜੇ ਇੱਕ ਰਿਕਰਿੰਗ ਐਕਸਪੈਂਡੀਚਰ ਕੋਸਟਸ ਨੇ, ਜਿਹੜੇ ਕਿ ਹਰ ਆਪਰੇਸ਼ਨ ਦੇ ਵਿੱਚ ਨਵੀਆਂ ਚੀਜ਼ਾਂ ਯੂਜ਼ ਹੋਣੀਆਂ ਨੇ। ਪਹਿਲੇ 6 ਤੋਂ 8 ਹਫ਼ਤੇ ਵਿੱਚ ਕਈ ਵਾਰੀ ਬਲੱਡ ਕਲੌਟ ਹੋਣ ਦਾ ਵੀ ਰਿਸਕ ਰਹਿੰਦਾ, ਤਾਂ 2 ਮਹੀਨੇ ਆਪਾਂ ਕਹਿੰਦੇ ਹਾਂ ਕਿ ਪੇਸ਼ੈਂਟ ਮਿਨੀਮਮ ਲੈ ਕੇ ਜ਼ਰੂਰ ਆਉਣ। ਆਸਮਾਨ ਦਾ ਫਰਕ ਆਇਆ ਹੈ। ਜਿਹੜੇ ਮਰੀਜ਼ਾਂ ਦੇ ਅਸੀਂ ਪਹਿਲੇ ਸਿੰਪਲ ਤਕਨੀਕ ਨਾਲ ਗੋਡੇ ਬਦਲੇ ਸੀ ਤੇ ਹੁਣ ਅਸੀਂ ਰੋਬੋਟ ਨਾਲ ਜਾਂ ਕੰਪਿਊਟਰ ਨਾਲ ਬਦਲ ਰਹੇ ਹਾਂ। ਜੇ ਕਿਤੇ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇਨਸਾਨ ਨੇ ਉੱਠ ਕੇ ਚੱਲ ਕੇ ਮੂਵ ਕਰਨਾ ਹੈ ਤਾਂ ਉਸ ਦੇ ਵਿੱਚ ਗੋਡਿਆਂ ਦੀ ਬੜੀ ਅਹਿਮ ਭੂਮਿਕਾ ਹੋ ਜਾਂਦੀ ਹੈ। ਜੇਕਰ ਕਿਸੇ ਨੂੰ ਵੀ ਗੋਡਿਆਂ ਨੂੰ ਲੈ ਕੇ ਕੋਈ ਸਮੱਸਿਆ ਆ ਜਾਵੇ ਤਾਂ ਇੱਕ ਵਾਰ ਇੰਜ ਲੱਗਦਾ ਹੈ ਕਿ ਜਿਵੇਂ ਜ਼ਿੰਦਗੀ ਖੜ ਗਈ ਹੋਵੇ। ਸੋ ਇਸੇ ਦਾ ਹੱਲ ਲੈ ਕੇ ਇਸ ਵੀਡੀਓ ਦੇ ਵਿੱਚ ਅੱਜ ਤੁਹਾਡੇ ਤੱਕ ਪਹੁੰਚੇ ਹਾਂ। ਬਠਿੰਡੇ ਦੇ ਮਾਲ ਰੋਡ ਤੇ ਮੌਜੂਦ ਹਾਂ। ਹਸਪਤਾਲ ਦਾ ਨਾਮ ਹੈ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਤੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ, ਡਾਕਟਰ ਪਰਮਪ੍ਰੀਤ ਸਿੰਘ ਜੀ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹੋ ਜਿਹੇ ਰੌਚਕ ਤੱਤ ਤੇ ਇਹੋ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ। ਤੇ ਜੇਕਰ ਗੋਡਿਆਂ ਦੀ ਸਮੱਸਿਆ ਤੋਂ ਪੀੜਿਤ ਹੋ ਤੇ ਇੱਥੇ ਇਲਾਜ ਕਰਵਾ ਕੇ ਆਪਣੇ ਆਪ ਨੂੰ ਸੁਖੀ ਮਹਿਸੂਸ ਕਰੋਗੇ, ਜ਼ਿੰਦਗੀ ਨੂੰ ਖੁਸ਼ਹਾਲ ਮਹਿਸੂਸ ਕਰੋਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਪਾਵਾਂਗੇ ਚਾਨਣਾ ਕਿਹੜੀਆਂ ਉਹ ਗੱਲਾਂ ਨੇ ਤੇ ਕਿਹੜੀਆਂ ਉਹ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਜੂਝਣਾ ਪੈਂਦਾ ਤੇ ਹੱਲ ਕੀ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਾਰੇ TV NRI ਦੇ ਸਰੋਤਿਆਂ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ ਵੀ ਗੋਡਿਆਂ ਦੀ ਸਮੱਸਿਆ ਅੱਜ ਕੱਲ੍ਹ ਆਮ ਹੋ ਗਈ ਆ। ਪਹਿਲਾਂ ਤਾਂ ਹੁੰਦਾ ਸੀ ਕਿ ਬਜ਼ੁਰਗ ਪੀੜਤ ਨੇ, ਫਿਰ ਹੁਣ ਇਹੋ ਜਿਹਾ ਸਮਾਂ ਆ ਗਿਆ ਕਿ ਯੰਗ ਜਨਰੇਸ਼ਨ ਜਿਹੜੀ ਆ ਉਹ ਵੀ ਗੋਡੇ ਲੈ ਕੇ ਬੈਠੀ ਹੈ ਜੀ। ਗੋਡਿਆਂ ਦੀ ਬੜੀ ਸਮੱਸਿਆ ਹੈ। ਸਭ ਤੋਂ ਪਹਿਲਾਂ ਤਾਂ ਕਾਰਨ ਦੱਸ ਦਿਓ, ਉਸ ਤੋਂ ਬਾਅਦ ਹੱਲ ਦੱਸ ਦਿਓ।
ਦੇਖੋ ਜੀ, ਕਾਰਨ ਜੇ ਆਪਾਂ ਕਹੀਏ ਗੋਡਿਆਂ ਦੀ ਦਿੱਕਤਾਂ ਦੇ ਕਾਫੀ ਕਾਰਨ ਨੇ, ਬਟ ਜਿਵੇਂ ਤੁਸੀਂ ਪੁਆਇੰਟ ਆਊਟ ਕੀਤਾ ਹੈ ਕਿ ਪਹਿਲੇ ਆਪਾਂ ਦੇਖਦੇ ਸੀ ਬਜ਼ੁਰਗਾਂ ਦੇ ਵਿੱਚ ਇਹ ਦਿੱਕਤ ਆ ਰਹੀ ਹੈ, ਬਟ ਹੁਣ ਉਹੀ ਦਿੱਕਤ ਅਸੀਂ ਦੇਖ ਰਹੇ ਹਾਂ ਕਿ 35-40 ਸਾਲ ਦੇ ਨੌਜਵਾਨ ਜਿਹੜੇ ਪੀੜ੍ਹੀ ਹੈਗੀ ਹੈ ਉਹਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਹੈ। ਤਾਂ ਕਾਰਨ ਇਸ ਦਾ ਆਪਾਂ ਕਈ ਕਾਰਨਾਂ ਦੇ ਉੱਤੇ ਕਹਿ ਸਕਦੇ ਹੈਗੇ ਆ। ਡਾਇਟ ਇੱਕ ਮੇਜਰ ਫਰਕ ਪੈ ਗਿਆ ਹੈਗਾ। ਕਈ ਵਾਰ ਆਪਾਂ ਜਿਵੇਂ ਕਹਿ ਲਓ ਨਾ, ਪੁਰਾਣੇ ਆਪਣੇ ਬਜ਼ੁਰਗਾਂ ਨੇ ਜੋ ਡਾਇਟ ਖਾਧੀ ਹੈਗੀ ਹੈ, ਪਿਓਰ ਡਾਇਟ ਖਾਧੀ ਹੈ, ਸਾਫ਼ ਸੁਥਰੀ ਔਰਗੈਨਿਕ ਡਾਇਟ ਖਾਧੀ ਹੈ। ਹੁਣ ਮੇਬੀ ਡਾਇਟ ਦੇ ਵਿੱਚ ਕੁਛ ਨਾ ਕੁਛ ਮਿਲਾਵਟਾਂ ਨੇ, ਕੁਛ ਪੈਸਟੀਸਾਈਡਸ ਨੇ, ਤਾਂ ਉਹ ਡਾਇਟ ਦਾ ਇੱਕ ਮੇਜਰ ਫਰਕ ਹੈ। ਪਲੱਸ ਪਹਿਲੇ ਆਪਣੀ ਰਿਸ਼ਟ ਪੁਸ਼ਟ ਹਰੀਆਂ ਸਬਜ਼ੀਆਂ ਵਾਲੀ ਡਾਇਟ ਸੀਗੀ, ਹੁਣ ਉਹੀ ਆਪਾਂ ਪੀਜ਼ਾ ਬਰਗਰ ਫਾਸਟ ਫੂਡ ਦੇ ਵਿੱਚ ਚਾਲ ਚੱਲਣ 'ਚ ਆ ਗਏ ਹੈਗੇ ਆ। ਤਾਂ ਉਹ ਸਾਰੀ ਚੀਜ਼ਾਂ ਨਾਲ ਇੱਕ ਮੋਟਾਪਾ ਵੱਧ ਰਿਹਾ। ਤਾਂ ਗੋਡਿਆਂ ਦੀ ਦਿੱਕਤ ਦਾ ਸਭ ਤੋਂ ਵੱਡਾ ਜਿਹੜਾ ਮੋਡੀਫਾਈਬਲ ਰਿਸਕ ਫੈਕਟਰ ਹੈ, ਮਤਲਬ ਜਿਹਨੂੰ ਆਪਾਂ ਬਦਲ ਸਕਦੇ ਹਾਂ। ਕਈ ਹੁੰਦੇ ਨੇ ਜੈਨੇਟਿਕ ਰਿਸਕ ਫੈਕਟਰ, ਜਿਵੇਂ ਕਿ ਮੇਰੇ ਪੇਰੈਂਟਸ ਨੂੰ ਹੈਗੀ ਹੈ ਤਾਂ ਮੈਨੂੰ ਵੀ ਆਉਣਾ ਹੀ ਹੈਗਾ, ਤਾਂ ਉਹ ਚੀਜ਼ਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਬਟ ਇੱਕ ਜਿਹੜਾ ਮੋਡੀਫਾਈਬਲ ਰਿਸਕ ਫੈਕਟਰ ਹੈ ਉਹ ਹੈਗਾ ਮੋਟਾਪਾ। ਅਤੇ ਉਹ ਮੋਟਾਪੇ ਨੂੰ ਆਪਾਂ ਜੇ ਪ੍ਰੀਵੈਂਟ ਕਰੀਏ, ਹੈਲਦੀ ਰਹੀਏ, ਸੈਰ ਕਰਦੇ ਰਹੀਏ, ਕੁਛ ਨਾ ਕੁਛ ਐਕਸਰਸਾਈਜ਼ ਕਰਦੇ ਰਹੀਏ, ਤਾਂ ਆਪਾਂ ਗੋਡੇ ਦੀ ਦਿੱਕਤ ਤੋਂ ਵੀ ਬਚ ਸਕਦੇ ਹਾਂ। ਤਾਂ ਇੱਕ ਮੋਟਾਪਾ ਸਭ ਤੋਂ ਵੱਡਾ ਕਾਰਨ ਹੈਗਾ ਜਿਸ ਨੂੰ ਕਿ ਆਪਾਂ ਬਚਾ ਕਰ ਸਕਦੇ ਹੈਗੇ ਆ। ਤਾਂ ਉਸ ਤੋਂ ਇਲਾਵਾ ਤਾਂ ਚੀਜ਼ਾਂ ਹੈਗੀਆਂ ਨੇ, ਜਿਵੇਂ ਕੋਈ ਖਿਡਾਰੀ ਹੈਗਾ, ਕੋਈ ਸੱਟਾਂ ਲੱਗ ਜਾਂਦੀਆਂ ਨੇ, ਉਹਦੇ ਨਾਲ ਵੀ ਥੋੜ੍ਹੀ ਦੇਰ ਗੋਡੇ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਅਦਰਵਾਈਜ਼ ਮੋਸਟਲੀ ਜਿਹੜਾ ਗੋਡੇ ਦਾ ਆਪਾਂ ਦਿੱਕਤ ਕਹਿੰਦੇ ਆ, ਉਹਨੂੰ ਆਪਾਂ 3 ਮੇਨ ਡਿਜ਼ੀਜ਼ਿਸ ਦੇ ਵਿੱਚ ਕਾਊਂਟ ਕਰਦੇ ਹਾਂ। ਸਭ ਤੋਂ ਪਹਿਲੇ ਆ ਜਾਂਦੀ ਹੈ ਜੀ ਆਸਟੀਓਆਰਥਰਾਈਟਿਸ, ਜਿਹੜਾ ਕਿ ਉਮਰ ਦੇ ਨਾਲ ਗੋਡੇ ਦਾ ਘਸਣਾ ਹੈਗਾ। ਜਿਵੇਂ ਆਪਣੇ ਗੱਡੀ ਦੇ ਵਿੱਚ ਟਾਇਰ ਘਸਦੇ ਨੇ ਜਾਂ ਬ੍ਰੇਕ ਪੈਡਸ ਘਸਦੇ ਨੇ, ਉਵੇਂ ਹੀ ਗੋਡੇ ਦੀ ਅੰਦਰ ਗਰੀਸ ਖਤਮ ਹੁੰਦੀ ਹੈ, ਹੱਡੀ ਹੱਡੀ ਦੇ ਨਾਲ ਲੱਗਣ ਲੱਗ ਜਾਂਦੀ ਹੈ। ਦੂਸਰਾ ਮੇਜਰ ਕਾਰਨ ਇਹਦਾ ਹੈਗਾ ਜੀ ਗਠੀਆਵਾ। ਠੀਕ ਹੈ ਜੀ, ਰੂਮੇਟੋਇਡ ਆਰਥਰਾਈਟਿਸ ਜਾਂ ਹੋਰ ਜਿਹੜੇ ਰੂਮੇਟੋਇਡ ਫੈਮਿਲੀ ਦੇ ਵਿੱਚ ਹੋਰ ਬਿਮਾਰੀਆਂ ਨੇ। ਇਹਦੇ ਵਿੱਚ ਕੀ ਹੈ ਕਿ ਇਨਫਲੇਮੇਸ਼ਨ ਗੋਡੇ ਦੇ ਵਿੱਚ ਆਉਂਦੀ ਹੈਗੀ ਹੈ, ਅਤੇ ਉਹਦੇ ਵਿੱਚੋਂ ਅੰਦਰੋਂ ਦੀ ਜਿਹੜੀ ਉਹਦੀ ਕਾਰਟਿਲੇਜ ਹੈ ਉਹ ਖਰਾਬ ਹੁੰਦੀ ਹੈ, ਅਤੇ ਗੋਡਾ ਦੀ ਹੱਡੀ ਆਪਸ 'ਚ ਰਗੜਨ ਲੱਗਦੀ ਹੈ, ਕਿ ਉਸ ਕਾਰਨ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਤੀਜਾ ਹੈਗਾ ਕੋਈ ਜਿਵੇਂ ਖਿਡਾਰੂ ਸੱਟਾਂ ਹੋ ਗਈਆਂ। ਤਾਂ ਇਹ ਮੇਜਰ 3 ਕਾਰਨ ਨੇ ਜਿਨ੍ਹਾਂ ਕਰਕੇ ਗੋਡੇ ਦੀ ਦਿੱਕਤਾਂ ਅੱਜ ਕੱਲ੍ਹ ਜ਼ਿਆਦਾ ਲੋਕਾਂ ਨੂੰ ਆ ਰਹੀਆਂ ਹੈਗੀਆਂ ਨੇ। ਤੇ ਇਹਨਾਂ ਦੇ ਵਿੱਚ ਹੱਲ ਕੀ ਦੇਖਦੇ ਹੋ? ਇਹਨਾਂ ਸਾਰਿਆਂ ਦੇ ਵਿੱਚ ਇੱਕ ਇੱਕ ਕਰਕੇ ਹੱਲ ਵੀ ਦੱਸ ਦਿਓ ਸਟੇਜ ਵਾਈਜ਼। ਕਿਹੜੀ ਉਹ ਸਟੇਜ ਹੈ ਜਿੱਥੇ ਜਾ ਕੇ ਆਪਰੇਸ਼ਨ ਕੰਪਲਸਰੀ ਹੋ ਜਾਂਦਾ ਹੈ, ਉਹਦੇ ਬਿਨਾਂ ਨਹੀਂ ਸਰ ਸਕਦਾ? ਜੀ ਦੇਖੋ, ਸਾਡੀ ਜਦੋਂ ਵੀ ਮਰੀਜ਼ ਸਾਡੇ ਕੋਲ ਪਹੁੰਚਦਾ, ਸਾਡਾ ਮੰਤਵ ਇਹੀ ਹੁੰਦਾ ਕਿ ਉਹਨੂੰ ਆਪਾਂ ਮਿਨੀਮਲ ਛੇੜਛਾੜ ਕੀਤੇ, ਘੱਟ ਤੋਂ ਘੱਟ ਛੇੜਛਾੜ ਕਰਕੇ ਠੀਕ ਕਰ ਦਈਏ। ਬਿਕੋਜ਼ ਆਪਾਂ ਨਹੀਂ ਚਾਹੁੰਦੇ ਕਿ ਹਰ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਪਵੇ। ਜੇ ਤਾਂ ਪੇਸ਼ੈਂਟ ਸਾਡੇ ਕੋਲ ਸਹੀ ਟਾਈਮ 'ਤੇ ਪਹੁੰਚ ਜਾਂਦਾ ਹੈ, ਜੇ ਸਟੇਜ ਫਸਟ ਜਾਂ ਸੈਕਿੰਡ ਸਟੇਜ ਦੇ ਵਿੱਚ ਹੁੰਦੀ ਹੈ, ਤਾਂ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਲਾਈਫ ਸਟਾਈਲ ਮੋਡੀਫਿਕੇਸ਼ਨ ਦੱਸਦੇ ਹਾਂ, ਜਿਵੇਂ ਕਿ ਪੈਰਾਂ ਪਰ ਨਾ ਬੈਠੀਏ, ਚੌਂਕੜੀ ਘੱਟ ਮਾਰੀਏ, ਪੌੜੀਆਂ ਘੱਟ ਚੜ੍ਹੀਏ। ਉਹਦੇ ਨਾਲ ਨਾਲ ਕੁਛ ਨਾ ਕੁਛ ਪ੍ਰੋਪਰ ਡਾਇਟ ਗਾਈਡ ਕਰਦੇ ਹੈਗੇ ਆ, ਵੇਟ ਰਿਡਕਸ਼ਨ ਦੇ ਲਈ ਸ਼ੁਰੂ ਕਰਾਉਂਦੇ ਹਾਂ, ਐਕਸਰਸਾਈਜ਼ ਵੀ ਸ਼ੁਰੂ ਕਰਾਉਂਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਕਈ ਵਾਰ ਕਾਫੀ ਹੱਦ ਤੱਕ ਪੇਸ਼ੈਂਟਸ ਠੀਕ ਹੋ ਜਾਂਦੇ ਨੇ, ਜਿਹੜੇ ਅਰਲੀ ਸਟੇਜ 'ਤੇ ਆ ਰਹੇ ਨੇ, ਯੰਗ ਪੇਸ਼ੈਂਟਸ ਨੇ। ਉਸ ਤੋਂ ਬਾਅਦ ਜੇ ਇਹਦੇ ਨਾਲ ਨਹੀਂ ਫਰਕ ਪੈਂਦਾ, ਤਾਂ ਆਪਾਂ ਕੁਛ ਨਾ ਕੁਛ ਡਾਇਟ ਸਪਲੀਮੈਂਟਸ ਦੇ ਸਕਦੇ ਹਾਂ, ਜਿਵੇਂ ਕਿ ਗਲੂਕੋਜ਼ਾਮੀਨਸ ਜਾਂ ਕੋਲਾਜਨਸ, ਜਿਹੜੇ ਮੈਡੀਸਿਨ ਦੇ ਵਿੱਚ ਆਪਾਂ ਨਾਲ ਸ਼ੁਰੂ ਕਰ ਸਕਦੇ ਹਾਂ। ਉਹਦੇ ਨਾਲ ਵੀ ਜੇ ਅਰਲੀ ਸਟੇਜ 'ਤੇ ਕਰੀਏ ਤਾਂ ਗੋਡੇ ਕਾਫੀ ਹੱਦ ਤੱਕ ਠੀਕ ਹੋ ਜਾਂਦੇ ਨੇ। ਇਸ ਤੋਂ ਬਾਅਦ ਆ ਜਾਂਦੀ ਹੈਗੀ ਹੈ, ਜੇ ਬਾਈ ਚਾਂਸ ਇਹਦੇ ਨਾਲ ਵੀ ਠੀਕ ਨਾ ਹੋਏ, ਤਾਂ ਮਾੜੀ ਮੋਟੀ ਕੋਈ ਪੇਨ ਮੈਡੀਕੇਸ਼ਨ, ਫਿਜ਼ੀਓਥੈਰੇਪੀ ਆਪਾਂ ਨਾਲ ਸ਼ੁਰੂ ਕਰ ਸਕਦੇ ਹਾਂ। ਇਹ ਆ ਗਏ ਜਿਹੜੇ ਅਰਲੀ ਸਟੇਜ ਵਾਲੇ ਹੈਗੇ ਨੇ। ਫਿਰ ਆ ਜਾਂਦੇ ਨੇ ਜਿਹੜੇ ਸਟੇਜ 3rd ਜਾਂ 4th 'ਤੇ ਪਹੁੰਚਣੇ ਸ਼ੁਰੂ ਹੋ ਗਏ। ਉਹਨਾਂ ਦੇ ਵਿੱਚ ਅਸੀਂ ਗੋਡੇ ਦੇ ਵਿੱਚ ਇੱਕ ਗਰੀਸ ਭਰਨ ਵਾਲਾ ਇੰਜੈਕਸ਼ਨ ਵੀ ਲਗਾ ਸਕਦੇ ਹਾਂ, ਜਿਹੜਾ ਕਿ 12 ਮਹੀਨੇ ਤੋਂ ਲੈ ਕੇ 15 ਮਹੀਨੇ ਤੱਕ ਹੈਲਪ ਕਰਦਾ ਹੈਗਾ। ਤਾਂ ਇਹ ਸਾਰੇ ਅਰਲੀ ਚੀਜ਼ਾਂ ਹੋ ਗਈਆਂ, ਐਕਸਰਸਾਈਜ਼ ਹੋ ਗਈ, ਮੈਡੀਕੇਸ਼ਨਸ ਹੋ ਗਈਆਂ, ਵੇਟ ਰਿਡਕਸ਼ਨ। ਇਹ ਸਾਰੀਆਂ ਚੀਜ਼ਾਂ ਨਾਲ ਕਾਫੀ ਹੱਦ ਤੱਕ ਪੇਸ਼ੈਂਟਸ ਦਾ 5 ਤੋਂ 10 ਸਾਲ ਨਿਕਲ ਸਕਦੇ ਨੇ, ਜੇ ਉਹ ਅਰਲੀ ਸਟੇਜ 'ਤੇ ਆ ਜਾਂਦੇ ਨੇ। ਬਟ ਅਨਫੋਰਚੂਨੇਟਲੀ ਜੇ ਜ਼ਿਆਦਾ ਲੇਟ ਸਟੇਜ ਹੋ ਗਈ ਹੈ, ਜਾਂ ਕਈ ਸਿੰਪਟਮਸ ਨੇ ਜਿਹੜੇ ਆਪਾਂ ਨੂੰ ਗਾਈਡ ਕਰਦੇ ਨੇ ਕਿ ਹੁਣ ਪੇਸ਼ੈਂਟ ਨੂੰ ਓਪਰੇਸ਼ਨ ਦੀ ਲੋੜ ਹੈਗੀ ਹੈ, ਤਾਂ ਉਹਦੇ ਵਿੱਚ ਕੀ ਹੈ, ਸਭ ਤੋਂ ਮੇਜਰ ਕਾਰਨ ਹੈਗਾ ਦਰਦ ਦਾ। ਜੇ ਪੇਸ਼ੈਂਟ ਨੂੰ ਲਗਾਤਾਰ ਦਰਦ ਰਹਿਣ ਲੱਗ ਗਈ ਹੈਗੀ ਹੈ, ਪੇਸ਼ੈਂਟ ਦੀ ਦਰਦ ਡੇਲੀ ਗੋਲੀ ਲੈਣ ਵਾਲੀ ਹੋ ਗਈ, ਕਿ ਦਰਦ ਦੀ ਗੋਲੀ ਆਪਾਂ ਨੂੰ ਡੇਲੀ ਲੈਣੀ ਪੈ ਰਹੀ ਹੈ, ਜਾਂ ਫਿਰ ਗੋਡੇ ਵਿੱਚ ਵਿੰਗ ਪੈਣ ਲੱਗ ਗਿਆ, ਗੋਡੇ ਬਾਹਰ ਨਿਕਲਣ ਲੱਗ ਗਏ ਨੇ, ਪੂਰਾ ਮੁੜਦਾ ਹੈ ਨਹੀਂ, ਸਿੱਧਾ ਨਹੀਂ ਹੁੰਦਾ, ਗੋਡੇ 'ਚੋਂ ਆਵਾਜ਼ਾਂ ਆਉਣ ਲੱਗ ਜਾਂਦੀਆਂ, ਕੜਕੜ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ, ਤਾਂ ਆਪਾਂ ਕਹਿੰਦੇ ਹਾਂ ਕਿ ਹਾਂਜੀ ਹੁਣ ਗੋਡਾ ਬਦਲਣ ਦੀ ਨੌਬਤ ਆ ਚੁੱਕੀ ਹੈ। ਬਟ ਉਹਦਾ ਕਨਫਰਮੇਸ਼ਨ ਐਕਸਰੇ ਦੇ ਥਰੂ ਹੋ ਜਾਂਦੀ ਹੈ, ਜੇ ਆਪਾਂ ਖੜ੍ਹੇ ਰਹਿ ਕੇ ਐਕਸਰੇ ਕਰਦੇ ਹਾਂ। ਅਤੇ ਜੇ ਉਹਦੇ ਵਿੱਚ ਹੱਡੀ ਹੱਡੀ ਦੇ ਨਾਲ ਭਿੜ ਰਹੀ ਹੈਗੀ ਹੈ, ਫਿਰ ਆਪਾਂ ਜ਼ਰੂਰ ਪੇਸ਼ੈਂਟ ਨੂੰ ਰਾਏ ਦਿੰਦੇ ਹਾਂ ਕਿ ਦਰਦ ਦੀਆਂ ਗੋਲੀਆਂ ਨਾ ਲਈਏ, ਬਿਕੋਜ਼ ਉਹਨਾਂ ਦੇ ਵੀ ਸਾਈਡ ਇਫੈਕਟਸ ਨੇ, ਕਿਡਨੀ ਦੇ ਵਿੱਚ ਪ੍ਰੋਬਲਮ, ਲਿਵਰ ਦੇ ਵਿੱਚ ਪ੍ਰੋਬਲਮ। ਤਾਂ ਜੇ ਲਾਸਟ ਸਟੇਜ ਆਰਥਰਾਈਟਿਸ ਦੀ ਪਹੁੰਚ ਚੁੱਕੀ ਹੈਗੀ ਹੈ,
ਤਾਂ ਆਪਾਂ ਜ਼ਰੂਰ ਆਪਰੇਸ਼ਨ ਦੀ ਨਵਾਂ ਗੋਡਾ ਪਾਉਣ ਦੀ ਰਾਏ ਦਿੰਦੇ ਹਾਂ ਉਹਦੇ ਵਿੱਚ। ਇਸੇ ਤਰ੍ਹਾਂ ਹੀ ਫਿਗਰ ਆਊਟ ਕੀਤਾ ਜਾਂਦਾ ਹੈ ਕਿ ਹੁਣ ਗੋਡਾ ਹੀ ਬਦਲਣਾ ਪਊਗਾ। ਤੇ ਜੇਕਰ ਆਪਾਂ ਗੋਡੇ ਬਦਲਣ ਦੀ ਪ੍ਰਕਿਰਿਆ ਨੂੰ ਦੇਖੀਏ ਤਾਂ ਬਹੁਤ ਡਰਦੇ ਨੇ ਲੋਕ, ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਰਹਿੰਦਾ, ਯਾਰ ਗੋਡੇ ਬਦਲ ਗਏ ਪਤਾ ਨਹੀਂ ਕਿੰਨਾ ਚਿਰ ਮੰਜੇ ਤੇ ਪਏ ਰਹਾਂਗੇ, ਹੈ ਨਾ। ਸਭ ਤੋਂ ਵੱਡਾ ਡਰ ਤਾਂ ਇਹੀ ਮੰਨਿਆ ਜਾਂਦਾ ਵੀ ਕਿਤੇ ਬਿਲਕੁਲ ਪੱਕੇ ਹੀ ਨਾ ਖੜ ਜਾਣ। ਉਹਨਾਂ ਨੂੰ ਪਹਿਲਾਂ ਤਾਂ ਸੁਚੇਤ ਕਰਨ ਬਾਰੇ ਕੀ ਕਹਿਣਾ ਚਾਹੋਗੇ, ਉਸ ਤੋਂ ਬਾਅਦ ਤਕਨੀਕਾਂ ਤੇ ਆਵਾਂਗੇ ਕਿ ਕਿਹੜੇ ਕਿਹੜੇ ਤਰੀਕੇ। ਦੇਖੋ, ਗੋਡੇ ਬਦਲਣ ਨੂੰ ਪਿਛਲੇ ਮਿਲੀਨੀਅਮ ਮਤਲਬ ਪਿਛਲੇ 1000 ਸਾਲਾਂ ਦੇ ਸਭ ਤੋਂ ਸਕਸੈਸਫੁਲ ਆਪਰੇਸ਼ਨ ਹੋਣ ਦਾ ਇੱਕ ਮਾਣ ਪ੍ਰਾਪਤ ਹੈਗਾ, ਬਿਕੋਜ਼ ਇੱਕ ਲਾਈਫ ਚੇਂਜਿੰਗ ਸਰਜਰੀ ਹੈਗੀ ਹੈ। ਪੇਸ਼ੈਂਟ ਸਾਡੇ ਕੋਲ ਕਈ ਵਾਰ ਵੀਲ ਚੇਅਰ 'ਤੇ ਆਉਂਦੇ ਹੈਗੇ ਨੇ ਅਤੇ ਆਪਰੇਸ਼ਨ ਤੋਂ ਅਗਲੇ ਦਿਨ ਤੁਰਨਾ ਫਿਰਨਾ ਸ਼ੁਰੂ ਕਰਕੇ ਤੁਰਦੇ ਹੋਏ ਘਰ ਜਾਂਦੇ ਨੇ। ਮਤਲਬ ਇਹੋ ਜਿਹੀ ਜਾਦੂਗਰੀ ਵਾਲੀ ਸਰਜਰੀ ਆਪਾਂ ਕਹਿ ਸਕਦੇ ਹਾਂ। ਅਤੇ ਪਿਛਲੇ 10 ਸਾਲਾਂ ਦੇ ਵਿੱਚ ਇਹ ਸਰਜਰੀ ਇੰਨੀ ਕੁ ਇਵੋਲਵ ਹੋਈ ਹੈ, ਜਿਹੜੇ ਜੋੜ ਨੇ ਉਹ ਇੰਨੇ ਕੁ ਸੁਧਰੇ ਨੇ, ਉਹਨਾਂ ਦਾ ਮਟੀਰੀਅਲਸ ਇੰਨੇ ਅੱਛੇ ਹੋ ਗਏ ਨੇ ਕਿ ਗੋਡੇ ਦੀ ਲਾਈਫ ਪਹਿਲੇ ਆਪਾਂ ਕਹਿੰਦੇ ਸੀ 5-10 ਸਾਲ ਚੱਲੂਗਾ, ਬਟ ਹੁਣ ਆਪਾਂ ਗੋਡੇ ਦੀ ਲਾਈਫ ਅਪ ਟੂ 30-35 ਸਾਲ ਤੱਕ ਦੀ ਵੀ ਐਕਸਪੈਕਟ ਕਰ ਸਕਦੇ ਹੈਗੇ। ਇਹਦੇ ਨਾਲ ਜਿਹੜਾ ਡਰ ਲੋਕਾਂ ਦੇ ਮਨ ਦੇ ਵਿੱਚ ਹੈਗਾ, ਉਹ ਇੱਕ ਤਾਂ ਸਭ ਤੋਂ ਵੱਡਾ ਡਰ ਹੁੰਦਾ ਦਰਦ ਦਾ, ਕਿ ਜੀ ਆਪਰੇਸ਼ਨ ਤੋਂ ਬਾਅਦ ਦਰਦ ਹੋਊਗਾ। ਬਿਕੋਜ਼ ਜਦੋਂ ਅਸੀਂ 2011  'ਚ ਇੱਥੇ ਆਪਰੇਸ਼ਨ ਸ਼ੁਰੂ ਕੀਤੇ ਸੀ ਤਾਂ ਲੋਕ ਆ ਕੇ ਇਹੀ ਡਰ ਆਪਣਾ ਜ਼ਾਹਿਰ ਕਰਦੇ ਸੀਗੇ ਕਿ ਹਾਂਜੀ ਦਰਦ ਬਹੁਤ ਜ਼ਿਆਦਾ ਹੋਊਗਾ। ਬਟ ਟਾਈਮ ਦੇ ਨਾਲ ਐਨੈਸਥੀਸੀਆ ਟੈਕਨੀਕਸ ਇੰਨੀਆਂ ਸੁਧਰ ਗਈਆਂ ਨੇ ਕਿ ਹੁਣ ਦਰਦ ਨਾ ਮਾਤਰ ਵਾਂਗ ਹੋ ਗਿਆ। ਇਹ ਮੈਂ ਨਹੀਂ ਕਹੂੰਗਾ ਕਿ ਪੇਨਲੈਸ ਹੋ ਗਿਆ ਹੈਗਾ, ਬਟ ਸਹਿਣਯੋਗ ਹੈ, ਅਤੇ ਉਹ ਵੀ ਸਿਰਫ ਪਹਿਲੀ ਰਾਤ ਦਾ ਦਰਦ ਕਹਾਂਗੇ। ਉਸ ਤੋਂ ਬਾਅਦ ਪੇਸ਼ੈਂਟ ਨੂੰ ਜਿਹੜੀਆਂ ਅੱਜ ਕੱਲ੍ਹ ਦੀਆਂ ਟੈਕਨੀਕਸ ਨੇ ਉਹਦੇ ਨਾਲ ਜਦੋਂ ਆਪਾਂ ਆਪਰੇਟ ਕਰਦੇ ਹਾਂ, ਅਗਲੇ ਦਿਨ ਤੁਰਨਾ ਫਿਰਨਾ ਸ਼ੁਰੂ ਹੋ ਜਾਂਦਾ ਹੈ। ਮੈਕਸੀਮਮ 3 ਦਿਨ ਆਪਾਂ ਨੂੰ ਹੌਸਪੀਟਲ 'ਚ ਪੇਸ਼ੈਂਟ ਨੂੰ ਰੱਖਣਾ ਚਾਹੀਦਾ। ਤੀਜੇ ਦਿਨ ਪੇਸ਼ੈਂਟ ਆਪਣੇ ਆਪ ਵਾਸ਼ਰੂਮ ਜਾਂਦਾ ਹੈ, ਤੁਰਨ ਫਿਰਨ ਲੱਗ ਜਾਂਦਾ ਹੈ, ਅਤੇ ਆਪਾਂ ਉਹਨਾਂ ਨੂੰ ਤੀਜੇ ਦਿਨ ਘਰ ਭੇਜ ਸਕਦੇ ਹਾਂ। ਤਾਂ ਜਿਹੜਾ ਤਾਂ ਮੰਜੇ 'ਤੇ ਬਹਿਣ ਵਾਲੀ ਗੱਲ ਹੈ, ਉਹ ਤਾਂ ਬਿਲਕੁਲ ਅੱਜ ਕੱਲ੍ਹ ਗਲਤ ਹੋ ਗਈ ਹੈ। ਮੇਰੇ ਜਿਹੜੇ 5000 ਗੋਡਿਆਂ ਦਾ ਐਕਸਪੀਰੀਅੰਸ ਹੈਗਾ, ਉਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਇਹੋ ਜਿਹਾ ਮਰੀਜ਼ ਸੀ ਜਿਹੜਾ ਤੁਰਦਾ ਆਇਆ ਹੋਏ ਅਤੇ ਤੁਰਦਾ ਨਹੀਂ ਗਿਆ ਹੋਏ। ਸਗੋਂ ਜਿਹੜੇ ਵੀਲ ਚੇਅਰ 'ਤੇ ਆਏ ਨੇ ਉਹ ਜ਼ਰੂਰ ਤੁਰਦੇ ਹੋਏ ਵਾਪਸ ਗਏ ਨੇ। ਤਾਂ ਇੱਕ ਤਰ੍ਹਾਂ ਦਾ ਉਹੀ ਹੈ, ਜਿਹੜੇ ਪੇਸ਼ੈਂਟਸ ਕਾਫੀ ਦੇਰ ਤੋਂ ਤੰਗ ਨੇ, ਬਿਲਕੁਲ ਤੋਰਾ ਫੇਰਾ ਨਹੀਂ ਕਰ ਪਾ ਰਹੇ ਨੇ, ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਕੰਮ ਨੂੰ ਅਵੋਇਡ ਕਰਨ ਲੱਗ ਗਏ ਨੇ, ਦੁੱਖ ਸੁੱਖ 'ਚ ਆਉਣ ਜਾਣ ਨੂੰ ਆਪਣਾ ਅਵੋਇਡ ਕਰਨ ਲੱਗ ਗਏ ਨੇ, ਉਹਨਾਂ ਦੇ ਲਈ ਤਾਂ ਹੁਣ ਇਹ ਆਪਰੇਸ਼ਨ ਇੰਨਾ ਕੁ ਸਕਸੈਸਫੁਲ ਆਪਾਂ ਕਹਿੰਦੇ ਹਾਂ 99% ਸਕਸੈਸ ਰੇਟ ਹੈਗਾ ਇਸ ਆਪਰੇਸ਼ਨ ਦਾ। ਤਾਂ ਉਹਦੇ ਨਾਲ ਆਪਣੀ ਜ਼ਿੰਦਗੀਆਂ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਾਂ ਆਪਾਂ ਜੀ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਹਸਪਤਾਲ ਨੂੰ ਤੇ ਡਾਕਟਰ ਸਾਹਿਬ ਨੂੰ ਇੱਕ ਹੋਰ ਮਾਣ ਪ੍ਰਾਪਤ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ। ਪਹਿਲੀ ਤਕਨੀਕ ਇਹਨਾਂ ਦੇ ਕੋਲ ਆਈ ਹੈ, ਸੁਪਰ ਰੋਬੋਟਿਕ ਕਹਿ ਸਕਦੇ ਹਾਂ ਇਹਨੂੰ, ਸੁਪਰ ਤਰੀਕਾ ਹੈ ਇੱਕ ਤਰੀਕੇ ਦੇ ਨਾਲ ਗੋਡੇ ਬਦਲਣ ਦਾ। ਰੋਬੋਟਿਕ ਤਰੀਕੇ ਦੇ ਨਾਲ ਗੋਡੇ ਬਦਲੇ ਜਾਂਦੇ ਨੇ ਰੋਬੋਟ ਦੇ ਜ਼ਰੀਏ, ਤੇ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਕਿਉਂਕਿ ਇੱਕ ਤਾਂ ਸੁਪਰ ਤਕਨੀਕ ਹੈ, ਜਦੋਂ ਸੁਪਰ ਤਕਨੀਕ ਆ ਜਾਂਦੀ ਹੈ ਫਿਰ ਕਹਿ ਸਕਦੇ ਹਾਂ ਕਿ ਜਿਹੜੇ ਚਾਂਸ ਹੁੰਦੇ ਨੇ ਗਲਤੀ ਦੇ, ਜਿਹੜੇ ਕਹਿੰਦੇ ਨੇ ਆ ਵੀ ਇਨਸਾਨ ਹੈ, ਇਨਸਾਨ ਤੋਂ ਗਲਤੀ ਹੋ ਗਈ, ਉਹ ਤਾਂ ਸੁਪਰ ਰੋਬੋਟਿਕ ਹੋ ਗਿਆ। ਹੁਣ ਉਹਦੇ ਤੋਂ ਗਲਤੀ ਦੇ ਚਾਂਸ ਬਹੁਤ ਘੱਟ ਜਾਂਦੇ ਨੇ। ਉਸ ਦੇ ਬਾਰੇ ਜਾਣਕਾਰੀ ਲੈਂਦੇ ਆ, ਗੋਡਿਆਂ ਨੂੰ ਕਿਵੇਂ ਬਦਲਦਾ ਹੈ ਰੋਬੋਟ। ਜੀ ਦੇਖੋ, ਪਿਛਲੇ 10 ਸਾਲਾਂ ਤੋਂ ਸਾਡੀ ਨੀ ਸਰਜਰੀਜ਼ ਦੀ ਚੱਲ ਰਹੀ ਹੈਗੀ ਦੌਰ, ਜਿਸ 'ਚ ਕਿ ਅਸੀਂ 5000 ਪਲੱਸ ਸਰਜਰੀਜ਼ ਕਰ ਚੁੱਕੇ ਹਾਂ। ਹਰ ਟਾਈਮ ਜਿਹੜੀ ਵੀ ਕੋਈ ਨਵੀਂ ਤਕਨੀਕ ਆਉਂਦੀ ਹੈ, ਜਿਵੇਂ 5 ਸਾਲ ਪਹਿਲੇ ਅਸੀਂ ਕੰਪਿਊਟਰਾਈਜ਼ਡ ਟੈਕਨੀਕ ਦੇ ਨਾਲ ਗੋਡਾ ਬਦਲਣਾ ਲੈ ਕੇ ਆਏ ਸੀ, ਜਿਸ ਨਾਲ ਕਿ ਇੱਕ ਆਮ ਤਕਨੀਕ ਨਾਲ ਕੀਤਾ ਗਿਆ ਆਪਰੇਸ਼ਨ, ਜਿਵੇਂ ਆਪਾਂ ਕਹਿੰਦੇ ਹਾਂ 80% ਐਕਿਊਰੇਟ ਹੈਗਾ, ਕੰਪਿਊਟਰ ਦੇ ਨਾਲ ਉਹੀ ਐਕਿਊਰੇਸੀ 95% 'ਤੇ ਪਹੁੰਚ ਗਈ ਸੀ। ਤਾਂ ਇੱਕ ਹਮੇਸ਼ਾ ਇੱਕ ਇੰਪਰੂਵਮੈਂਟ ਦਾ ਸਕੋਪ ਰਹਿੰਦਾ ਹੈਗਾ। ਤਾਂ ਅਸੀਂ ਆਪਣੇ ਆਪ ਜਦੋਂ ਦੇਖਿਆ ਕਿ ਇੱਕ ਨਵੀਂ ਤਕਨੀਕ ਆਈ ਹੈਗੀ ਹੈ ਵਰਲਡ ਦੇ ਵਿੱਚ, ਜਿਹਦੇ ਨਾਲ ਕਿ ਇੱਕ ਰੋਬੋਟਿਕ ਟੈਕਨੀਕ ਦੇ ਨਾਲ ਗੋਡੇ ਬਦਲੇ ਜਾ ਸਕਦੇ ਨੇ, ਅਤੇ ਉਹਦੇ ਨਾਲ ਇਹੀ ਐਕਿਊਰੇਸੀ 99.9% 'ਤੇ ਪਹੁੰਚ ਰਹੀ ਹੈ। ਤਾਂ ਅਸੀਂ ਵੀ ਸੋਚਿਆ ਕਿ ਪੰਜਾਬ ਵਾਸੀਆਂ ਨੂੰ ਇਸ ਤਕਨੀਕ ਦਾ ਜ਼ਰੂਰ ਫਾਇਦਾ ਦੇਣਾ ਚਾਹੀਦਾ ਹੈ। ਪਲੱਸ ਜਿਹੜੇ ਲੋਕ ਕੈਨੇਡਾ ਵੀ ਬੈਠੇ ਹੈਗੇ ਨੇ, ਉਹ ਵੀ ਆਪਣੇ ਇੱਥੇ ਆ ਕੇ ਆਪਰੇਟ ਕਰਾਉਣਾ ਪਸੰਦ ਕਰਦੇ ਨੇ, ਬਿਕੋਜ਼ ਇੱਕ ਤਾਂ ਬਾਹਰ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈਗਾ, ਅਤੇ ਉਸ ਤੋਂ ਬਾਅਦ ਉੱਥੇ ਇੱਕ ਕਰਕੇ ਆਪਰੇਸ਼ਨ ਕਰਦੇ ਨੇ। ਤਾਂ ਇਹਨਾਂ ਦੋਨਾਂ ਚੀਜ਼ਾਂ ਕਰਕੇ ਸਾਡੇ ਕੋਲ ਬਾਹਰੋਂ ਮਰੀਜ਼ ਬਹੁਤ ਆ ਕੇ ਆਪਰੇਟ ਕਰਾਉਂਦੇ ਨੇ। ਤਾਂ ਜਿਹੜਾ ਰੋਬੋਟ ਆਪਾਂ ਇੱਥੇ ਹੁਣ ਲੈ ਕੇ ਆਏ ਹੈਗੇ ਆ, ਇਟ ਇਜ਼ ਅ ਟੋਟਲ ਐਕਟਿਵ ਰੋਬੋਟਿਕ ਸਿਸਟਮ। ਜਿਹੜੇ ਆਲਰੇਡੀ ਐਗਜ਼ਿਸਟਿੰਗ ਨੇ, ਜਿਵੇਂ ਜਲੰਧਰ ਜਾਂ ਲੁਧਿਆਣੇ ਵਿੱਚ ਰੋਬੋਟਸ ਨੇ, ਉਹ ਸਾਰੇ ਸੈਮੀ ਐਕਟਿਵ ਰੋਬੋਟਸ ਨੇ, ਜਿਸ ਦੇ ਵਿੱਚ ਕਿ ਫਾਈਨਲ ਜਦੋਂ ਰੋਬੋਟ ਨੇ ਕੰਮ ਕਰਨਾ ਤਾਂ ਇੱਕ ਆਪਰੇਟਰ ਹੈਗਾ ਜਾਂ ਜਿਹੜਾ ਡਾਕਟਰ ਹੈ, ਉਹਨੂੰ ਪਕੜ ਕੇ ਉਹਨੂੰ ਰੋਬੋਟ ਦੇ ਆਰਮ ਨੂੰ ਚਲਾਉਣਾ ਪੈਂਦਾ ਹੈਗਾ। ਬਟ ਜਿਹੜਾ ਸਿਸਟਮ ਆਪਾਂ ਲੈ ਕੇ ਆਏ ਹਾਂ ਉਹ ਇੱਕ ਟੋਟਲ ਐਕਟਿਵ ਸਿਸਟਮ ਹੈਗਾ,
ਜਿਹਦੇ ਵਿੱਚ ਕਿ ਸਭ ਤੋਂ ਪਹਿਲੇ ਆਪਾਂ ਇੱਕ 3D CT ਸਕੈਨ ਦੇ ਨਾਲ ਪਲੈਨਿੰਗ ਕਰਦੇ ਹੈਗੇ ਆ। ਪਲੈਨਿੰਗ ਦੇ ਵਿੱਚ ਕੀ ਹੈ ਕਿ ਇੱਕ ਪੇਸ਼ੈਂਟ ਦੀ ਲੱਤ ਦਾ ਪੂਰਾ ਇੱਕ ਵੇਰਵਾ ਆਪਣਾ ਕੰਪਿਊਟਰ ਦੇ ਵਿੱਚ ਫੀਡ ਹੋ ਜਾਂਦਾ ਹੈ, ਇੱਕ ਪਲਾਨ ਬਣ ਜਾਂਦਾ ਹੈਗਾ, ਪ੍ਰੀ ਪਲਾਨ ਕੀਤਾ ਜਾਂਦਾ ਪਲਾਨ ਕੀਤਾ ਜਾਂਦਾ ਹੈ। ਤੇ ਇੱਕ ਆਪਰੇਸ਼ਨ ਕਰਨ ਤੋਂ ਪਹਿਲੇ ਕੰਪਿਊਟਰ ਤੇ ਵਰਚੁਅਲ ਸਰਜਰੀ ਆਪਾਂ ਪਹਿਲੇ ਕਰਕੇ ਦੇਖ ਲੈਂਦੇ ਆ, ਕਿਹੜਾ ਗੋਡਾ ਫਿੱਟ ਹੋਣਾ ਹੈਗਾ, ਕਿਸ ਸਾਈਜ਼ ਦਾ ਹੋਣਾ, ਕਿੱਥੇ ਪਲੇਸ ਹੋਣਾ ਹੈ, ਉਹ ਸਾਰਾ ਅਸੀਂ ਕੰਪਿਊਟਰ ਤੇ ਪਹਿਲੇ ਡਿਸਾਈਡ ਕਰ ਲੈਂਦੇ ਆ ਤਾਂ ਕਿ ਜਦੋਂ ਆਪਾਂ ਆਪਰੇਟ ਕਰਨ ਲੱਗਦੇ ਆ ਉਦੋਂ ਗਲਤੀ ਦੇ ਚਾਂਸਸ ਆਪਣੇ ਨਾ ਹੋਣ। ਦੂਸਰਾ ਉਸ ਤੋਂ ਬਾਅਦ ਆਪਣਾ ਜਿਹੜਾ ਡਿਸਾਈਡ ਹੋ ਜਾਂਦਾ ਕਿ ਕਿੰਨੇ ਹੱਡੀ ਕਿੱਥੋਂ ਛਿੱਲਣੀ ਹੈਗੀ ਹੈ, ਤੇ ਜਿਹੜਾ ਹੱਡੀ ਛਿੱਲਣ ਦਾ ਤਰੀਕਾ ਹੈ ਉਹ ਵੀ ਇਸ ਰੋਬੋਟ ਦੇ ਵਿੱਚ ਬਹੁਤ ਹੀ ਯੂਨੀਕ ਹੈਗਾ। ਨਾਰਮਲੀ ਆਪਾਂ ਜਿਵੇਂ ਕਹ ਲਓ ਇੱਕ ਸੌ ਹੁੰਦਾ ਹੈ, ਆਰੀ ਕਹਿ ਲਓ, ਇਲੈਕਟ੍ਰਿਕ ਆਰੀ ਹੈਗੀ ਜਿਹਦੇ ਨਾਲ ਕਿ ਆਪਾਂ ਹੱਡੀ ਕੱਟਦੇ ਹੈਗੇ ਆ, ਜਿਹਦੇ ਨਾਲ ਕਿ ਸੌਫਟ ਹੱਡੀ ਦੇ ਫ੍ਰੈਕਚਰ ਹੋਣ ਦਾ ਵੀ ਚਾਂਸ ਰਹਿੰਦਾ ਹੈ, ਹੀਟ ਵੀ ਜਨਰੇਟ ਹੁੰਦੀ ਹੈ ਜਿਹਦੇ ਨਾਲ ਕਿ ਥੋੜ੍ਹੀ ਬਹੁਤ ਹੱਡੀ ਗਲ ਸਕਦੀ ਹੈ। ਰੋਬੋਟ ਜਦੋਂ ਇਸ ਆਪਰੇਟ ਨੂੰ ਕਰਦਾ ਹੈਗਾ ਤਾਂ ਇੱਕ ਮਿਲਿੰਗ ਟੂਲ ਦੇ ਨਾਲ ਕਰਦਾ ਹੈ ਕਿ ਉਹ ਹੱਡੀ ਨੂੰ ਕੱਟਦਾ ਨਹੀਂ ਹੈਗਾ, ਉੱਪਰੋਂ ਦੀ ਭੋਰ ਦਿੰਦਾ ਹੈਗਾ। ਤਾਂ ਜਿਹੜੀ ਸਿਰਫ ਖਰਾਬ ਹੱਡੀ ਹੈ ਉਹ ਸਿਰਫ ਉਤਰੀ, ਹੈਲਦੀ ਹੱਡੀ ਨੂੰ ਬਿਲਕੁਲ ਛੇੜਿਆ ਨਹੀਂ ਗਿਆ, ਕੋਈ ਹੀਟ ਜਨਰੇਟ ਨਹੀਂ ਹੋਈ, ਅਤੇ ਇਸ ਕਰਕੇ ਬੋਨ ਇੱਕ ਤਾਂ ਜ਼ਿਆਦਾ ਐਕਸਟਰਾ ਰਿਮੂਵ ਨਹੀਂ ਹੁੰਦੀ ਅਤੇ ਸੇਫ ਵੀ ਹੈਗਾ, ਫ੍ਰੈਕਚਰ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ। ਅਤੇ ਐਕਿਊਰੇਸੀ ਇਹਦੀ ਸਬ ਮਿਲੀਮੀਟਰ ਲੈਵਲ ਹੈ, ਮਤਲਬ ਆਪਾਂ ਕਹਿੰਦੇ ਮਿਲੀਮੀਟਰ ਇੰਨਾ ਹੈਗਾ ਤਾਂ ਉਸ ਤੋਂ ਵੀ ਘੱਟ ਇਹਦੀ ਐਕਿਊਰੇਸੀ ਹੈ ਕਿ ਜੋ ਆਪਾਂ ਪਲਾਨ ਇਹਨੂੰ ਐਗਜ਼ੀਕਿਊਟ ਕਰਤਾ ਤਾਂ ਉਹ ਇਹਨੇ ਪੂਰਾ ਪ੍ਰੋਪਰ ਐਗਜ਼ੀਕਿਊਟ ਕਰਨਾ ਹੀ ਕਰਨਾ ਹੈਗਾ। ਅਤੇ ਆਪਾਂ ਕਈ ਵਾਰ ਇਸ ਚੀਜ਼ ਤੋਂ ਵੀ ਡਰ ਜਾਂਦੇ ਹਾਂ ਕਿ ਹਾਂਜੀ ਮਸ਼ੀਨ ਹੈਗੀ ਹੈ, ਕੁਝ ਗਲਤੀ ਨਾ ਕਰ ਜੇ, ਤਾਂ ਇਹਦੇ ਵਿੱਚ ਰੀਅਲ ਟਾਈਮ ਮੋਨੀਟਰਿੰਗ ਨਾਲ ਚੱਲ ਰਹੀ ਹੈ ਕਿ ਕੰਪਿਊਟਰ ਜਦੋਂ ਰੋਬੋਟ ਕੰਮ ਕਰ ਰਿਹਾ ਉਹਨੂੰ ਨਾਲ ਦੇਖ ਰਿਹਾ, ਅਤੇ ਜੇ ਬਾਈ ਚਾਂਸ ਵੀ ਜਿਵੇਂ ਕਹਿ ਲਓ ਨਾ ਆਪਣਾ ਹੱਥ ਲੱਗ ਜਾਂਦਾ, ਥੋੜ੍ਹਾ ਜਿਹਾ ਬੋਡੀ ਹਿਲਦੀ ਹੈ, ਰੋਬੋਟ ਉੱਥੇ ਹੀ ਰੁਕ ਜਾਂਦਾ ਹੈਗਾ। ਇਹਦੇ ਵਿੱਚ ਆਟੋ ਸਟਾਪ ਹੈਗਾ, ਵਾਪਸ ਆਪਣੀ ਪੋਜੀਸ਼ਨ 'ਤੇ ਜਾਏਗਾ, ਵਾਪਸ ਆ ਕੇ ਉਹ ਦੁਬਾਰਾ ਕੱਟ ਕਰਨਾ ਸ਼ੁਰੂ ਕਰੇਗਾ ਜਦੋਂ ਮੂਵਮੈਂਟ ਬੰਦ ਹੋ ਗਈ। ਤਾਂ ਮਤਲਬ ਕਾਫੀ ਸੇਫ ਹੈਗਾ, ਐਕਿਊਰੇਟ ਹੈਗਾ ਅਤੇ ਬਹੁਤ ਹੀ ਫਲੈਕਸੀਬਲ ਹੈਗਾ। ਜਿਹੜੀ ਰੋਬੋਟ ਦੀ ਆਰਮ ਹੈ ਉਹ 6 ਜਾਂ 7 ਡਾਇਰੈਕਸ਼ਨਸ 'ਚ ਮੂਵ ਕਰਕੇ ਆਪਣੇ ਆਪ ਇੱਕ ਆਪਟੀਮਮ ਪੋਜੀਸ਼ਨ 'ਤੇ ਆ ਕੇ ਉਸ ਬੋਨ ਨੂੰ ਕੱਟ ਕਰਦੀ ਹੈ ਤਾਂ ਕਿ ਜਿਹੜੇ ਸੌਫਟ ਟਿਸ਼ੂਜ਼ ਨੇ, ਆਸ-ਪਾਸ ਵਾਲੀ ਜਿਹੜੀ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ, ਉਹਨਾਂ ਨੂੰ ਬਿਲਕੁਲ ਵੀ ਟੱਚ ਨਾ ਕਰੀਏ ਅਤੇ ਉਹਨਾਂ ਦੇ ਇੰਜਰੀ ਦੇ ਚਾਂਸਿਸ ਵੀ ਇਹਦੇ ਵਿੱਚ ਬਹੁਤ ਘੱਟ ਗਏ ਨੇ। ਅਤੇ ਜਿਹੜੀ ਕਿ ਸਾਰੀ ਆਪਣੀ ਟੈਕਨੀਕ ਦੇ ਵਿੱਚ ਜਿਹੜਾ ਵੀ ਕੰਮ ਕਰ ਰਿਹਾ ਤਾਂ ਉਹ ਮਿਲਿੰਗ ਟੂਲ ਦੇ ਵਿੱਚ ਸਿਰਫ ਇੱਕ ਇੰਸਟਰੂਮੈਂਟ ਹੈਗਾ ਜਿਹੜਾ ਫੀਲਡ ਦੇ ਵਿੱਚ ਜਾ ਰਿਹਾ ਹੈ। ਨੋਰਮਲ ਤਕਨੀਕ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ 40 ਤੋਂ 50 ਇੰਸਟਰੂਮੈਂਟਸ ਵਿੱਚ ਜਾਂਦੇ ਹੈਗੇ ਨੇ, ਤਾਂ ਇਸੇ ਚੀਜ਼ ਕਰਕੇ ਇਨਫੈਕਸ਼ਨ ਦਾ ਵੀ ਰਿਸਕ ਘੱਟ ਗਿਆ। ਤਾਂ ਜਿਹੜੀ ਆਪਾਂ ਨੂੰ ਪਹਿਲੇ ਮਨਾਂ ਦੇ ਡਰ ਸੀਗੇ, ਇੱਕ ਤਾਂ ਕਿ ਦਰਦ ਹੋਊਗਾ ਕਿਉਂਕਿ ਆਪਾਂ ਮਾਸਪੇਸ਼ੀਆਂ ਨੂੰ ਜਾਂ ਹੱਡੀ ਨੂੰ ਬਹੁਤ ਜ਼ਿਆਦਾ ਛੇੜਛਾੜ ਨਹੀਂ ਕਰ ਰਹੇ, ਦਰਦ ਘੱਟ ਹੋਊਗਾ, ਖੂਨ ਘੱਟ ਨਿਕਲੂਗਾ, ਹੱਡੀ ਘੱਟ ਛੇੜਨੀ ਪੈ ਰਹੀ ਹੈ, ਹੱਡੀ ਪ੍ਰੀਜ਼ਰਵ ਹੋ ਰਹੀ ਹੈ ਆਪਣੀ, ਅਤੇ ਇਸੇ ਚੀਜ਼ਾਂ ਕਰਕੇ ਰਿਕਵਰੀ ਬਹੁਤ ਫਾਸਟ ਹੈਗੀ ਹੈ। ਆਪਰੇਸ਼ਨ ਤੋਂ ਅਗਲੇ ਦਿਨ ਪੇਸ਼ੈਂਟ ਚੱਲ ਰਿਹਾ ਹੈਗਾ, ਤੀਸਰੇ ਦਿਨ ਛੁੱਟੀ ਜਾ ਰਿਹਾ ਹੈਗਾ, ਪਹਿਲੇ ਹਫਤੇ ਦੇ ਵਿੱਚ ਹੀ ਵੋਕਰ ਛੱਡ ਕੇ ਚੱਲਣ ਲੱਗ ਪੈਂਦੇ ਨੇ। ਤਾਂ 15 ਤੋਂ 20 ਦਿਨਾਂ ਦੇ ਵਿੱਚ ਮੋਸਟਲੀ ਲੋਕ ਆਪਣਾ ਜਿਵੇਂ ਗੱਡੀ ਚਲਾਉਣਾ ਜਾਂ ਆਪਾਂ ਪੌੜੀ ਚੜ੍ਹਨਾ ਇਹ ਸਾਰਾ ਕੁਝ ਕਰਨ ਲੱਗ ਗਏ ਹੈਗੇ ਨੇ। ਤਾਂ ਮਤਲਬ ਲੋਕਾਂ ਨੂੰ ਜਿਹੜੇ ਮਨ ਦੇ ਡਰ ਸੀ, ਮੋਸਟਲੀ ਲੋਕ ਆ ਕੇ ਇਹ ਕਹਿ ਰਹੇ ਨੇ ਕਿ ਅਸੀਂ ਇੰਨੇ ਸਾਲ ਐਂ ਹੀ ਆਪਣੇ ਬੈਠੇ ਗੁਜ਼ਾਰਤੇ, ਜੇ ਆਪਾਂ ਇਹ ਪਹਿਲੇ ਕਰਾ ਲੈਂਦੇ ਤਾਂ ਹੁਣ ਨੂੰ ਕਾਫੀ ਦੇਰ ਤੋਂ ਸੌਖੇ ਹੋਏ ਹੁੰਦੇ ਆਪਾਂ। ਤਾਂ ਇਹਦੇ ਨਾਲ ਜਿਹੜਾ ਆਪਾਂ ਇੰਪਲਾਂਟ ਪਲੇਸਮੈਂਟ ਇਹਦੇ ਵਿੱਚ ਕਰ ਰਹੇ ਹਾਂ ਉਹ ਬਹੁਤ ਹੀ ਐਕਿਊਰੇਟ ਹੈਗਾ, ਜਿਹਦੇ ਨਾਲ ਕਿ ਗੋਡੇ ਦੀ ਸਰਵਾਈਵਲ ਵੀ ਹੋਰ ਲੰਬੀ ਹੋਊਗੀ। ਜੇ ਆਪਾਂ ਕਹਿੰਦੇ ਨਾ ਨੋਰਮਲ ਤਕਨੀਕ ਨਾਲ ਇਹ ਗੋਡਾ 20 ਸਾਲ ਲਾਸਟ ਕਰ ਜੂਗਾ, ਤਾਂ ਹੋ ਸਕਦਾ ਉਹੀ ਇਸ ਤਕਨੀਕ ਦੇ ਨਾਲ 25 ਤੋਂ 30 ਸਾਲ ਲਾਸਟ ਕਰਨ ਲੱਗ ਜੇ। ਤਾਂ ਇਹ ਸਾਰੀਆਂ ਖੂਬੀਆਂ ਰੋਬੋਟਿਕ ਰਿਪਲੇਸਮੈਂਟ ਦੀ ਹੈਗੀਆਂ ਕਿ ਮਤਲਬ ਰਿਕਵਰੀ ਫਾਸਟਰ ਹੈਗੀ ਹੈ, ਰਿਲਾਇਬਲ ਰਿਜ਼ਲਟਸ ਨੇ, ਸੇਫਟੀ ਬਹੁਤ ਜ਼ਿਆਦਾ ਹੈਗੀ ਹੈ, ਅਤੇ ਹਰ ਟਾਈਮ 'ਤੇ ਤੁਸੀਂ ਇੱਕ ਫਲੈਕਸੀਬਲ ਅਪਰੋਚ ਹੈ। ਜੇ ਬਾਈ ਚਾਂਸ ਕਿਸੇ ਵੀ ਟਾਈਮ 'ਤੇ ਆਪਾਂ ਪਲਾਨ ਚੇਂਜ ਕਰਨਾ ਹੈ ਤਾਂ ਮੈਨੂਅਲ ਓਵਰਰਾਈਡ ਕਰ ਸਕਦੇ ਹੈਗੇ ਆਪਾਂ। ਤਾਂ ਇਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਮੈਂ ਗੱਲ ਦਰਸਾਉਣਾ ਚਾਹੂੰਗਾ ਕਿ ਇਕੱਲਾ ਸਰਜਨ ਵੀ ਕੁਛ ਨਹੀਂ ਕਰ ਸਕਦਾ, ਇਕੱਲਾ ਰੋਬੋਟ ਵੀ ਕੁਛ ਨਹੀਂ ਕਰ ਸਕਦਾ। ਇਟ ਹੈਜ਼ ਟੂ ਬੀ ਅ ਟੀਮ ਵਰਕ। ਜੇ ਇੱਕ ਆਪਣਾ ਪ੍ਰੋਪਰ ਟੀਮ ਹੈਗੀ ਹੈ, ਇੱਕ ਐਕਸਪੀਰੀਅੰਸ ਸਰਜਨ ਦੀ ਅਤੇ ਇੱਕ ਅੱਛੇ ਰੋਬੋਟ ਦੀ, ਤਾਂ ਆਪਾਂ ਪੇਸ਼ੈਂਟ ਨੂੰ 100% ਰਿਜ਼ਲਟਸ ਵੀ ਦੇ ਸਕਦੇ ਹਾਂ। ਤੁਹਾਡੀ ਨਿਗਰਾਨੀ ਵੀ ਰਹਿੰਦੀ ਹੈ ਸਰ ਉਹਦੇ ਉੱਤੇ, ਰੋਬੋਟ 'ਤੇ? ਜੀ ਬਿਲਕੁਲ, ਹਰ ਚੀਜ਼, ਹਰ ਸਟੈਪ ਅਸੀਂ ਆਪਣੇ ਗਾਈਡੈਂਸ ਦੇ ਵਿੱਚ ਹੀ ਕਰਨਾ ਹੈਗਾ। ਬਿਕੋਜ਼ ਕਹਿਣ ਨੂੰ ਤਾਂ ਰੋਬੋਟ ਸਰਜਰੀ ਕਰ ਰਿਹਾ, ਬਟ ਰੋਬੋਟ ਨੇ ਕਰਨਾ ਕੀ ਹੈਗਾ ਉਹ ਇੱਕ mm ਤੱਕ ਅਸੀਂ ਡਿਸਾਈਡ ਕਰਨਾ। ਅਸੀਂ ਕੰਪਿਊਟਰ ਦੇ ਉੱਪਰ ਸਾਰੀ ਪਲੈਨਿੰਗ 1 ਮਿਲੀਮੀਟਰ ਤੱਕ ਜਿਹੜੇ ਗੈਪ ਬੈਲੈਂਸ ਕਰਨੇ ਨੇ ਉਹ ਸਾਰਾ ਡਿਸਾਈਡ ਕਰਨਾ। ਕੰਪਿਊਟਰ ਜਾਂ ਰੋਬੋਟ ਨੇ ਸਿਰਫ ਉਸ ਪਾਰਟ ਨੂੰ ਐਗਜ਼ੀਕਿਊਟ ਕਰਨਾ ਹੈ। ਉਹਦਾ ਕੰਮ 6 ਮਿੰਟ ਦਾ ਜ਼ਰੂਰ ਹੈ, ਚਾਹੇ ਸਭ ਤੋਂ ਇੰਪੋਰਟੈਂਟ ਕੰਮ ਹੈ। ਉਸ ਤੋਂ ਬਾਅਦ ਫਾਈਨਲ ਜਿਹੜਾ ਗੋਡਾ ਫਿੱਟ ਕਰਨਾ ਉਹ ਸਾਰਾ ਕੁਝ ਅਸੀਂ ਆਪ ਹੀ ਕਰਨਾ। ਤਾਂ ਕਈ ਵਾਰ ਲੋਕਾਂ ਨੂੰ ਮਨ 'ਚ ਇਹ ਵੀ ਹੋ ਜਾਂਦਾ, ਡਾਕਟਰ ਸਾਹਿਬ ਤੁਸੀਂ ਤਾਂ ਇੰਨੇ ਆਪਰੇਸ਼ਨ ਕੀਤੇ ਨੇ, ਸਾਨੂੰ ਤੁਹਾਡੇ 'ਤੇ ਫੇਥ ਹੈਗਾ, ਅਸੀਂ ਰੋਬੋਟ 'ਤੇ ਕਿਵੇਂ ਫੇਥ ਕਰ ਲਈਏ। ਤਾਂ ਗੱਲ ਇਹੀ ਹੈ ਕਿ ਰੋਬੋਟ ਇੱਕ ਕਹਿ ਲਓ ਸਾਡੀ ਸੱਜੀ ਬਾਂਹ ਬਣ ਕੇ ਅੱਗੇ ਆਇਆ ਹੈਗਾ ਕਿ ਸਾਡੇ ਜਿਹੜੇ ਹੱਥ ਦੇ ਵਿੱਚ ਬਾਈ ਚਾਂਸ 1-2 mm ਦੀ ਇਨਐਕਿਊਰੇਸੀ ਜਿਹੜੀ ਆ ਸਕਦੀ ਹੈ ਉਹ ਵੀ ਇਹਦੇ ਨਾਲ ਦੂਰ ਹੋ ਜਾਏਗੀ। ਜੀ ਉਹੀ ਦਰਸ਼ਕਾਂ ਨੂੰ ਦੱਸਦੀ ਹੈ ਕਿਤੇ
ਨਾ ਸਮਝਣ ਵੀ ਡਾਕਟਰ ਸਾਹਿਬ ਵਿਹਲੇ ਹੋ ਗਏ ਨੇ, ਸਾਰਾ ਕੰਮ ਰੋਬੋਟ ਹੀ ਕਰੂਗਾ। ਨਹੀਂ, ਡਾਕਟਰ ਸਾਹਿਬ ਮੌਜੂਦ ਰਹਿਣਗੇ। ਹਰ ਚੀਜ਼ ਦੀ ਘੋਖ ਪਹਿਲਾਂ ਹੀ ਕਰ ਲਈ ਜਾਂਦੀ ਹੈ, ਪ੍ਰੀ ਪਲਾਨ ਕਰਕੇ ਸਾਰਾ ਕੁਝ ਪਹਿਲਾਂ 3D ਵਿਜ਼ੂਅਲ ਬਣਾਏ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ ਅੰਤ ਦੇ ਵਿੱਚ। ਸੋ ਇਹੋ ਜੀ ਕੋਈ ਗੱਲ ਨਹੀਂ ਹੈ। ਜਿਹੜੀ ਰੋਬੋਟਿਕ ਤਕਨੀਕ ਆਈ ਹੈ ਫੁੱਲੀ ਰੋਬੋਟਿਕ ਹੈ। ਇਸ ਤੋਂ ਪਹਿਲਾਂ ਜਿੰਨੀਆਂ ਵੀ ਰੋਬੋਟਿਕ ਤਰੀਕੇ ਦੇ ਨਾਲ ਆਪਰੇਟ ਹੁੰਦੇ ਸੀ ਨੀ ਰਿਪਲੇਸਮੈਂਟ ਦੇ, ਉਹ ਸੈਮੀ ਆਟੋ ਸੀ, ਸੈਮੀ ਐਟਿਕ ਸੀ, ਤੇ ਹੁਣ ਇਸ ਦੀ ਤਬਦੀਲੀ ਕੀਤੀ ਗਈ ਹੈ। ਪੰਜਾਬ ਦੇ ਵਿੱਚ ਪਹਿਲਾ ਫੁੱਲੀ ਐਕਟਿਵ ਰੋਬੋਟਿਕ ਸਿਸਟਮ ਆਇਆ ਹੈ। ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰਨਾ ਹੈ, ਇਹਨਾਂ ਤੋਂ ਇਲਾਜ ਕਰਾਉਣਾ ਹੈ। ਨੰਬਰ ਥੱਲੇ ਚੱਲ ਰਹੇ ਨੇ, ਐਡਰੈਸ ਚੱਲ ਰਿਹਾ ਹੈ, ਪਹੁੰਚ ਜ਼ਰੂਰ ਕਰ ਸਕਦੇ ਹੋ ਤੇ ਇਲਾਜ ਆਪਣਾ ਤਸੱਲੀ ਬਖਸ਼ ਕਰਵਾ ਸਕਦੇ ਹੋ। ਅਗਲੇ ਸਵਾਲ ਦੇ ਵੱਲ ਚੱਲਦੇ ਹਾਂ। ਡਾਕਟਰ ਸਾਹਿਬ, ਜੇ ਹੁਣ ਹਰ ਕੋਈ ਸੋਚੂਗਾ ਵੀ ਜੇ ਇਹਨਾਂ ਨੇ ਰੋਬੋਟ ਲਿਆਂਦਾ, ਰੋਬੋਟਿਕ ਸਿਸਟਮ ਲਿਆਂਦਾ, ਉਹ ਵੀ ਇੰਨਾ ਹਾਈਲੀ ਪਰਫਾਰਮੈਂਸ ਵਾਲਾ, ਤੇ ਉਸ ਦੇ ਨਾਲ ਕਾਸਟ ਵੀ ਵਧੀ ਹੋਊਗੀ ਰਿਪਲੇਸਮੈਂਟ ਦੀ, ਉਹ ਸਾਰਿਆਂ ਦਾ ਸ਼ੱਕ ਸ਼ੁਬਾ ਦੂਰ ਕਰ ਦਿਓ ਜੀ। ਦੇਖੋ, ਕੋਸਟ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਇੱਕ ਇਹ ਵੀ ਗਾਈਡ ਕਰਨਾ ਚਾਹੂੰਗਾ ਕਿ ਗੋਡੇ ਕਿਸ ਤਰ੍ਹਾਂ ਦੇ ਹੁੰਦੇ ਨੇ, ਕਿ ਬਿਕੋਜ਼ ਉਸੇ 'ਤੇ ਡਿਪੈਂਡ ਕਰਦਾ ਕਿ ਉਹਦੀ ਪ੍ਰਾਈਸ ਕਿੰਨੀ ਕੁ ਹੈਗੀ। ਦੇਖੋ, ਗੋਡਿਆਂ ਦੇ ਵਿੱਚ ਪਹਿਲੇ 2 ਪ੍ਰਕਾਰ ਦੇ ਹੈਗੇ ਨੇ। ਇੱਕ ਤਾਂ ਹੋ ਜਾਂਦੇ ਨੇ ਮੋਡੂਲਰ ਗੋਡੇ, ਇੱਕ ਹੋ ਜਾਂਦੇ ਨੇ ਨਾਨ ਮੋਡੂਲਰ ਗੋਡੇ। ਜਿਹੜਾ ਮੋਡੂਲਰ ਗੋਡਾ ਹੈ ਉਹ ਬਿਹਤਰ ਹੈ ਬਿਕੋਜ਼ ਉਹ 3 ਪਾਰਟਸ ਨਾਲ ਬਣਿਆ। ਇੱਕ ਤਾਂ ਹੈਗਾ ਜਿਹੜਾ ਪੱਟ ਦੀ ਹੱਡੀ ਵਿੱਚ ਫਿੱਟ ਹੁੰਦਾ ਹੈਗਾ, ਜਿਹੜਾ ਆਹ ਪਾਰਟ ਪਿਆ ਹੈਗਾ ਆਪਣਾ, ਇਹ ਹੈਗਾ ਜਿਹੜਾ ਫੀਮਰ ਜਾਂ ਉੱਪਰਲੀ ਪੱਟ ਵਾਲੀ ਹੱਡੀ 'ਚ ਫਿਕਸ ਹੋ ਜਾਂਦਾ ਹੈ ਪਾਰਟ। ਜਿਹੜਾ ਥੱਲੜਾ ਪਾਰਟ ਹੈਗਾ ਇਹ 2 ਪਾਰਟਸ ਦੇ ਨਾਲ ਬਣਿਆ। ਇਹ ਮੈਟਲ ਪਾਰਟ ਜਿਹੜਾ ਬੋਨ ਦੇ ਵਿੱਚ ਫਿਕਸ ਹੋ ਜਾਏਗਾ ਅਤੇ ਪਲਾਸਟਿਕ ਪਾਰਟ ਜਿਹੜਾ ਇਹਦੇ ਵਿੱਚ ਆ ਕੇ ਫਿੱਟ ਹੋ ਜਾਂਦਾ। ਇਸ ਤਰੀਕੇ ਨਾਲ ਇਹ ਨੀ ਆਰਟੀਕੂਲੇਟ ਹੋ ਕੇ ਚੱਲਣਾ ਸ਼ੁਰੂ ਹੋ ਜਾਂਦਾ ਹੈਗਾ। ਤਾਂ ਜਿਹੜਾ ਨਾਨ ਮੋਡੂਲਰ ਵਾਲਾ ਹੈਗਾ ਉਹਦੇ ਵਿੱਚ ਜਿਹੜਾ ਥੱਲੜਾ ਪਾਰਟ ਹੈ ਉਹ ਜਾਂ ਤਾਂ ਪਲਾਸਟਿਕ ਦਾ ਹੈਗਾ ਜਾਂ ਸਿੰਗਲ ਪੀਸ ਹੈ, ਜੋ ਕਿ ਆਪਾਂ ਪ੍ਰੈਫਰ ਨਹੀਂ ਕਰਦੇ ਬਿਕੋਜ਼ ਉਹਦੇ ਹੋਰ ਨੁਕਸਾਨ ਹੈਗੇ ਨੇ। ਠੀਕ ਹੈ, ਤਾਂ ਇਹ ਮੋਡੂਲਰ ਨੀ ਆਪਾਂ ਬੇਸਿਕਲੀ ਪਾਉਂਦੇ ਹੈਗੇ ਆ, ਐਡਵਾਈਸ ਕਰਦੇ ਹੈਗੇ ਆ। ਇਹਦੇ ਵਿੱਚ ਅੱਗੇ ਵੈਰਾਈਟੀ ਆ ਜਾਂਦੀ ਹੈ ਕਿ ਬਣ ਕਿੱਥੇ ਰਿਹਾ ਹੈਗਾ। ਜਿਵੇਂ ਇੰਡੀਅਨ ਮੈਨੂਫੈਕਚਰਰਸ ਹੈਗੇ ਨੇ, UK US ਇੰਪੋਰਟਡ ਵਾਲੇ ਹੈਗੇ ਨੇ। ਤਾਂ ਆਪਾਂ ਇੱਕ ਬੇਸਿਕ ਇਹ ਨਹੀਂ ਕਹਿੰਦੇ ਕਿ ਇੰਡੀਆ ਵਾਲੀ ਚੀਜ਼ ਮਾੜੀ ਹੈਗੀ ਹੈ। ਇੰਡੀਆ ਦੇ ਵਿੱਚ ਹੁਣ ਬਹੁਤ ਅੱਛੀ ਚੀਜ਼ਾਂ ਬਣਨ ਲੱਗ ਗਈਆਂ ਹੈਗੀਆਂ ਨੇ। ਆਪਾਂ ਇੱਕ ਦੇਖਦੇ ਹਾਂ US FDA ਸਰਟੀਫਿਕੇਸ਼ਨ ਜਾਂ CE ਸਰਟੀਫਿਕੇਸ਼ਨ, ਇਹ ਹੈਗੇ ਨੇ ਵਰਲਡ ਓਵਰ ਜਿਹੜੇ ਇੱਕ ਕੁਆਲਿਟੀ ਦੇ ਚੈਕਿੰਗ ਵਾਲੇ ਚੀਜ਼ਾਂ ਹੈਗੀਆਂ ਨੇ, ਪੈਰਾਮੀਟਰਸ ਹੈਗੇ ਨੇ। ਜੇ US FDA ਅਪਰੂਵਡ ਗੋਡਾ ਹੈਗਾ ਤਾਂ ਉਹ ਅੱਛਾ ਗੋਡਾ, ਬਿਕੋਜ਼ ਉਹ ਪਿਛਲੇ 20 ਸਾਲਾਂ ਤੋਂ US FDA ਉਹਦਾ ਟਰੈਕ ਰੱਖ ਰਹੀ ਹੈ ਕਿ ਇਹਦੀ ਪਰਫਾਰਮੈਂਸ ਕਿਵੇਂ ਹੈਗੀ। ਤਾਂ ਆਪਾਂ ਸਿਰਫ US FDA ਅਪਰੂਵਡ ਗੋਡੇ ਹੀ ਪਾਉਂਦੇ ਹੈਗੇ ਆ। ਤਾਂ ਉਹਦੇ ਵਿੱਚ ਆਪਣਾ ਵੈਰਾਈਟੀ ਲਗਭਗ ਮੰਨ ਕੇ ਚੱਲੋ 2.5 ਲੱਖ ਤੋਂ ਦੋਵੇਂ ਗੋਡਿਆਂ ਦੇ ਆਪਰੇਸ਼ਨ ਸ਼ੁਰੂ ਹੋ ਜਾਂਦੇ ਨੇ, ਜਿਸ ਵਿੱਚ ਕਿ ਆਪਰੇਸ਼ਨ ਦਾ, ਟੈਸਟਾਂ ਦਾ, ਦਵਾਈਆਂ ਦਾ, ਕਮਰੇ ਦਾ ਸਾਰਾ ਖਰਚਾ ਵਿੱਚ ਹੀ ਆ ਜਾਂਦਾ ਹੈਗਾ। ਠੀਕ ਹੈ, ਕੰਪਲੀਟਲੀ ਪੈਕੇਜ ਹੈ, ਕੰਪਲੀਟਲੀ ਵਿੱਚ ਆ ਜਾਂਦਾ ਹੈਗਾ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਹੈਗੇ ਨੇ ਜਿਹੜੇ ਬਾਹਰਲੇ ਗੋਡੇ ਆ ਜਾਂਦੇ ਨੇ, ਉਹ ਅਪਰੋਕਸੀਮੇਟਲੀ 1.5 ਦੀ ਰੇਂਜ ਪਹੁੰਚ ਜਾਂਦੇ ਹੈਗੇ ਨੇ। ਫਿਰ ਆ ਜਾਂਦੇ ਨੇ ਟਾਈਟੇਨੀਅਮ ਵਾਲੇ ਗੋਡੇ, ਜੋ ਕਿ ਇਸ ਤਰੀਕੇ ਨਾਲ ਆਪਣੇ ਦਿਖਦੇ ਹੈਗੇ ਨੇ। ਠੀਕ ਹੈ, ਗੋਲਡ ਨਹੀਂ ਹੈਗਾ ਜਿਹੜਾ ਕਿ ਇੱਕ ਟਾਈਟੇਨੀਅਮ ਕੋਟਿੰਗ ਵਾਲਾ ਗੋਡਾ। ਇਹਦੇ ਵਿੱਚ ਕੀ ਹੈ ਕਿ ਯੰਗ ਪੇਸ਼ੈਂਟਸ ਨੇ ਜਿਹੜੇ, ਜਿਨ੍ਹਾਂ ਦੀ 30 ਤੋਂ 35 ਸਾਲ ਦੀ ਏਜ ਹੈਗੀ ਹੈ, ਇਹ ਅਸੀਂ ਉਹਨਾਂ ਦੇ ਵਿੱਚ ਪ੍ਰੈਫਰ ਕਰਦੇ ਹਾਂ ਬਿਕੋਜ਼ ਇਹਦੀ ਲਾਈਫ ਜ਼ਿਆਦਾ ਹੋ ਜਾਂਦੀ ਹੈਗੀ। ਤਾਂ ਇਹਨਾਂ ਦਾ ਅਪਰੋਕਸੀਮੇਟਲੀ ਮੰਨ ਕੇ ਚਲੋ 3.25 ਲੱਖ ਦਾ ਦੋਨੋਂ ਗੋਡਿਆਂ ਦਾ ਖਰਚਾ ਆ ਜਾਂਦਾ। ਇਹ ਬੇਸਿਕ 3 ਤਰ੍ਹਾਂ ਦੇ ਜਿਹੜੇ ਡਿਫਰੈਂਟ ਗੋਡੇ ਆ ਗਏ, ਉਹਨਾਂ ਦੇ ਪੂਰੇ ਪੈਕੇਜਸ ਆ ਗਏ। ਹੁਣ ਆਪਣੀ ਇਸ ਤੋਂ ਬਾਅਦ ਚੀਜ਼ ਆ ਜਾਂਦੀ ਕਿ ਆਪਾਂ ਨਵੀਆਂ ਤਕਨੀਕਾਂ ਨੂੰ ਐਡ ਕਰ ਸਕਦੇ ਹਾਂ। 5 ਸਾਲ ਹੋ ਗਏ ਜਿਹੜੇ ਅਸੀਂ ਕੰਪਿਊਟਰ ਨੈਵੀਗੇਸ਼ਨ ਟੈਕਨੀਕ ਯੂਜ਼ ਕਰ ਰਹੇ ਹਾਂ, ਜਿਹਦੇ ਵਿੱਚ ਕਿ ਕੰਪਿਊਟਰ ਸਾਨੂੰ ਗਾਈਡ ਕਰਦਾ ਹੈ ਸਾਰਾ। ਅਸੀਂ ਕਟਿੰਗ ਵਗੈਰਾ ਆਪ ਕਰਨੀ ਹੈ, ਬੋਨ ਦੀ ਪਲੇਸਮੈਂਟ ਆਪ ਕਰਨੀ ਹੈ। ਉਹਦੇ ਵਿੱਚ ਕੀ ਹੈ ਕਿ ਐਕਿਊਰੇਸੀ 80 ਤੋਂ 95% ਆ ਜਾਂਦੀ ਹੈਗੀ ਹੈ। ਇਟ ਇਜ਼ ਸੇਫਰ, ਕਲੌਟਿੰਗ ਦਾ ਰਿਸਕ ਘੱਟ ਜਾਂਦੇ ਨੇ, ਚੀਰ ਫੜ ਉਹਦੇ 'ਚ ਵੀ ਘੱਟ ਹੁੰਦੀ ਹੈ। ਉਹਦਾ ਅਪਰੋਕਸੀਮੇਟਲੀ 50,000 ਦਾ ਐਕਸਟਰਾ ਕੋਸਟ ਹੈ। ਆਪਾਂ ਕਿਸੇ ਵੀ ਗੋਡੇ ਦੇ ਵਿੱਚ ਉਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਫਿਰ ਆਪਣੀ ਹੁਣ ਰੋਬੋਟਿਕ ਟੈਕਨੀਕ ਆ ਗਈ ਹੈਗੀ ਹੈ। ਰੋਬੋਟਿਕਸ ਦੇ ਵਿੱਚ ਹਰ ਪੇਸ਼ੈਂਟ ਦੇ ਵਿੱਚ ਨਵੇਂ ਸੈਂਸਰ ਯੂਜ਼ ਹੁੰਦੇ ਨੇ, ਨਵਾਂ ਮਿਲਿੰਗ ਟੂਲ ਯੂਜ਼ ਹੁੰਦਾ ਹੈ, ਡਰੇਪਸ ਯੂਜ਼ ਹੁੰਦੀਆਂ। ਤਾਂ ਅਸੀਂ ਸਿਰਫ ਇਹ ਨਹੀਂ ਹੈਗਾ ਕਿ ਜੇ ਅਸੀਂ ਮਸ਼ੀਨ, ਇੱਕ ਕੋਸਟਲੀ ਮਸ਼ੀਨ ਲੈ ਕੇ ਆਏ ਹਾਂ ਤਾਂ ਅਸੀਂ ਉਹਦੀ ਕੋਸਟ ਪੇਸ਼ੈਂਟਸ ਦੇ ਉੱਪਰ ਪਾਉਣੀ ਹੈ। ਉਹ ਇੱਕ ਸਹੂਲਤ ਹੈ ਜੋ ਅਸੀਂ ਪੇਸ਼ੈਂਟ ਦੇ ਲਈ ਲੈ ਕੇ ਆਏ ਹਾਂ। ਬਟ ਜਿਹੜੇ ਇੱਕ ਰਿਕਰਿੰਗ ਐਕਸਪੈਂਡੀਚਰ ਕੋਸਟਸ ਨੇ, ਜਿਹੜੇ ਕਿ ਹਰ ਆਪਰੇਸ਼ਨ ਦੇ ਵਿੱਚ ਨਵੀਆਂ ਚੀਜ਼ਾਂ ਯੂਜ਼ ਹੋਣੀਆਂ ਨੇ, ਉਹ ਜ਼ਰੂਰ ਅਸੀਂ ਐਕਸਟਰਾ ਚਾਰਜ ਕਰਦੇ ਹਾਂ। ਤਾਂ ਜੇ ਆਪਾਂ ਦੇਖੀਏ ਦਿੱਲੀ ਵਰਗੇ ਸ਼ਹਿਰ ਜਾਂ ਆਪਣੇ ਵੱਡੇ ਸ਼ਹਿਰਾਂ ਜਿੱਥੇ ਪਹਿਲੇ ਰੋਬੋਟ ਐਗਜ਼ਿਸਟ ਕਰਦਾ ਹੈ, ਉੱਥੇ ਦੋਵਾਂ ਗੋਡਿਆਂ ਨੂੰ ਪਾਉਣ ਦਾ ਲਗਭਗ 6.5 ਤੋਂ 7 ਲੱਖ ਦਾ ਖਰਚਾ ਆ ਜਾਂਦਾ ਹੈ, ਜੋ ਕਿ ਆਪਾਂ ਇੱਥੇ ਸਟਾਰਟਿੰਗ ਕਰਕੇ 4.25 ਲੱਖ ਦੇ ਵਿੱਚ ਦੋਨੋਂ ਗੋਡੇ, ਇੰਪੋਰਟਡ ਵਾਲੇ ਗੋਡੇ ਰੋਬੋਟਿਕ ਦੇ ਨਾਲ 4.25 ਦੇ ਵਿੱਚ ਪਾਉਣੇ ਸ਼ੁਰੂ ਕੀਤੇ ਹੈਗੇ ਨੇ। ਤਾਂ ਸਾਡੀ ਕੋਸ਼ਿਸ਼ ਸ਼ੁਰੂ ਤੋਂ ਇਹੀ ਰਹੀ ਹੈ ਕਿ ਜਿਸ ਏਰੀਏ ਤੋਂ ਅਸੀਂ, ਬਠਿੰਡੇ ਤੋਂ ਅਸੀਂ ਵੱਡੇ ਹੋਏ ਹਾਂ, ਇੱਥੇ ਹੀ ਪੈਦਾ ਹੋਏ ਹਾਂ, ਤਾਂ ਇਸ ਮਿੱਟੀ ਨੂੰ ਅਸੀਂ ਵਾਪਸ ਸੇਵਾ ਕਰੀਏ। ਪੈਸੇ ਕਮਾਉਣ ਦਾ ਇਸ ਮੰਤਵ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਕਿ ਇਸ ਇਲਾਕੇ ਨੂੰ, ਜਿਹਨੂੰ ਕਿ ਪਹਿਲੇ ਪਿਛੜਿਆ ਹੋਇਆ ਕਿਹਾ ਜਾਂਦਾ ਸੀਗਾ, ਹੁਣ ਇਹ ਅੱਗੇ ਵੱਧ ਗਿਆ ਹੈਗਾ, ਅਤੇ ਇੱਥੇ ਦੇ ਲੋਕਾਂ ਨੂੰ ਅਸੀਂ ਲੇਟੈਸਟ ਤੋਂ ਲੇਟੈਸਟ ਸੁਵਿਧਾਵਾਂ ਦਈਏ। ਅਤੇ ਹੋਰ ਮੈਂ ਇਹ ਵੀ ਗੱਲ ਦੱਸਣਾ ਚਾਹੂੰਗਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਹੁਣ ਇਹ ਫੈਸਿਲਿਟੀਜ਼ ਘੱਟ ਅਵੇਲੇਬਲ ਨੇ, ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਵੱਧ ਅਵੇਲੇਬਲ ਨੇ, ਬਿਕੋਜ਼ ਬਾਹਰ ਇੱਕ ਨੈਸ਼ਨਲਾਈਜ਼ਡ ਹੈਲਥ ਸਿਸਟਮ ਹੈਗਾ।
ਤਾਂ ਉਹਨਾਂ ਨੂੰ ਕੋਸਟ ਚੈੱਕ ਕਰਨੀ ਹੈਗੀ ਹੈ, ਤਾਂ ਉੱਥੇ ਹਰ ਕਿਤੇ ਰੋਬੋਟਿਕ ਸਰਜਰੀਜ਼ ਜਾਂ ਕੰਪਿਊਟਰ ਨੈਵੀਗੇਟਿਡ ਸਰਜਰੀਜ਼ ਆਫਰ ਨਹੀਂ ਹੁੰਦੀਆਂ, ਵੇਟਿੰਗ ਤਾਂ ਹੈਗੀ ਹੈ। ਤਾਂ ਇਸ ਵੱਸੋਂ ਆਪਾਂ ਕਵਾਂਗੇ ਪੰਜਾਬ ਹੁਣ ਬਾਹਰਲੇ ਦੇਸ਼ਾਂ ਨਾਲੋਂ ਵੀ ਅੱਗੇ ਲੰਘ ਗਿਆ ਹੈਗਾ ਕਿ ਲੇਟੈਸਟ ਟੈਕਨੀਕਸ ਆਪਾਂ ਇੱਥੇ ਪ੍ਰੋਵਾਈਡ ਕਰ ਰਹੇ ਹੈਗੇ ਆ, ਅਤੇ ਇੱਕ ਬੜੀ ਜੈਨੂਇਨ ਕੋਸਟ 'ਤੇ ਆਪਾਂ ਪ੍ਰੋਵਾਈਡ ਕਰ ਰਹੇ ਹੈਗੇ। ਇਸ ਦਾ ਸਿਹਰਾ ਡਾਕਟਰ ਸਾਹਿਬ ਤੁਹਾਨੂੰ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਦੇ ਲਈ ਵਧਾਈ ਦੇ ਪਾਤਰ ਹੋ, ਕਿਉਂਕਿ ਅਸੀਂ ਵਿਦੇਸ਼ਾਂ ਨੂੰ ਪਿੱਛੇ ਛੱਡ ਰਹੇ ਹਾਂ। ਪੰਜਾਬ ਵਰਗੀ ਧਰਤੀ ਤੇ ਉੱਪਰੋਂ ਬਠਿੰਡੇ ਦੇ ਹਿੱਸੇ ਮਾਣ ਆਇਆ ਹੈ। ਇਸ ਦੇ ਲਈ ਤੁਸੀਂ ਸ਼ਲਾਘਾਯੋਗ ਕੰਮ ਕਰ ਰਹੇ ਹੋ, ਉਸ ਦੇ ਲਈ ਤੁਹਾਨੂੰ ਵਧਾਈ ਹੈ। ਤੇ ਜੇ ਅੱਗੇ ਵੱਲ ਵਧੀਏ ਡਾਕਟਰ ਸਾਹਿਬ, ਮਰੀਜ਼ ਤਾਂ ਆਪਣੇ ਇਕੱਲੇ ਇਹ ਨਹੀਂ ਵੀ ਪੰਜਾਬ 'ਚ ਹੋਣਗੇ ਜਾਂ ਇੰਡੀਆ ਦੇ ਕਿਸੇ ਹੋਰ ਕੋਨੇ 'ਚ ਹੋਣਗੇ, ਵਿਦੇਸ਼ 'ਚ ਵੀ ਬੜੇ ਨੇ। ਖਾਸ ਤੌਰ ਤੇ ਪੰਜਾਬੀ ਆਪਣੇ ਬਹੁਤ ਵੱਖ-ਵੱਖ ਦੇਸ਼ਾਂ 'ਚ ਨੇ। ਜੇਕਰ ਉਹ ਤੁਹਾਡੀ ਇਹ ਵੀਡੀਓ ਦੇਖ ਰਹੇ ਨੇ ਤਾਂ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਨੇ, ਗੋਡਾ ਬਦਲਾਉਣਾ ਹੈ, ਘੱਟੋ ਘੱਟ ਉਹਨਾਂ ਨੂੰ ਕਿੰਨਾ ਸਮਾਂ ਤੁਸੀਂ ਕਹੋਗੇ ਕਿ ਉਹ ਇੰਨਾ ਸਮਾਂ ਕੱਢ ਕੇ ਤੁਹਾਡੇ ਕੋਲ ਆਉਣ? ਜੀ ਦੇਖੋ, ਮੋਸਟਲੀ ਜਿਵੇਂ ਨੰਬਰ ਇੱਥੇ ਫਲੈਸ਼ ਹੋ ਰਿਹਾ WhatsApp 'ਤੇ ਆਪਾਂ ਮੋਸਟਲੀ ਅਵੇਲੇਬਲ ਹੁੰਦੇ ਆ। ਜਦੋਂ ਮੈਸੇਜ ਡਰੋਪ ਕਰ ਸਕਦਾ ਪੇਸ਼ੈਂਟ, ਕੋਈ ਪਹਿਲੇ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਆ। ਇਸ ਦੇ ਵਿੱਚ ਆਪਾਂ ਕਹਿੰਦੇ ਆ ਕਿ ਜੇ ਆਪਾਂ ਬਾਹਰੋਂ ਟਿਕਟ ਕਰਾ ਕੇ ਆਉਣਾ ਹੈਗਾ ਤਾਂ ਮਿਨੀਮਮ ਟੂ ਮਿਨੀਮਮ 6 ਤੋਂ 8 ਹਫ਼ਤੇ ਜ਼ਰੂਰ ਲੈ ਕੇ ਆਈਏ। ਠੀਕ ਹੈ, ਜੇ 3 ਮਹੀਨੇ ਮਿਲ ਜਾਂਦੇ ਆ ਤਾਂ ਸਭ ਤੋਂ ਵਧੀਆ ਹੈਗਾ। ਨੋਰਮਲੀ 6 ਹਫ਼ਤੇ ਤੱਕ ਅਸੀਂ ਕਹਿੰਦੇ ਆ ਕਿ 95% ਪਲੱਸ ਰਿਕਵਰੀ ਪੇਸ਼ੈਂਟ ਦੀ ਹੋ ਜਾਂਦੀ ਹੈ। 6 ਹਫ਼ਤੇ ਤੱਕ ਅਸੀਂ ਦੇਖਣਾ ਵੀ ਚਾਹੁੰਦੇ ਆ ਉਹਨੂੰ ਕਿ ਹਾਂ, ਮੋਨੀਟਰ ਕਰਨਾ ਚਾਹੁੰਦੇ ਆ ਕਿ ਉਹ ਪ੍ਰੋਪਰ ਐਕਸਰਸਾਈਜ਼ਸ ਕਰ ਰਿਹਾ, ਪ੍ਰੋਪਰ ਚੌਂਕੜੀ ਮਾਰਨ ਜੋਗਾ ਗੋਡਾ ਮੋੜਨ ਲੱਗ ਗਿਆ ਹੈ ਕਿ ਨਹੀਂ। ਬਿਕੋਜ਼ ਹਰ ਪੇਸ਼ੈਂਟ ਦੀ ਐਨੈਟਮੀ ਡਿਫਰੈਂਟ ਹੈ, ਹਰ ਇੱਕ ਦੀ ਦਿੱਕਤ ਡਿਫਰੈਂਟ ਹੈ। ਕੋਈ ਅਰਲੀ ਸਟੇਜ 'ਤੇ ਆ ਰਿਹਾ, ਕੋਈ ਬਹੁਤ ਜ਼ਿਆਦਾ ਲੇਟ ਹੋ ਕੇ ਆ ਰਿਹਾ ਹੈ। ਤਾਂ ਹਰ ਪੇਸ਼ੈਂਟ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਦੇ ਸਾਰੇ 1 ਮਹੀਨੇ ਦੇ ਵਿੱਚ ਦੌੜਨ ਲੱਗ ਜਾਣਗੇ। ਕਿਸੇ ਨੇ ਹੋ ਸਕਦਾ 10 ਦਿਨਾਂ 'ਚ ਸੈੱਟ ਹੋ ਜਾਣਾ, ਕਿਸੇ ਨੂੰ ਹੋ ਸਕਦਾ 2.5 ਮਹੀਨੇ ਵੀ ਲੱਗ ਜਾਣ। ਤਾਂ ਇੱਕ ਆਪਾਂ ਓਵਰਆਲ ਜਨਰਲ ਪੀਰੀਅਡ ਕਹਿੰਦੇ ਆ 6 ਤੋਂ 8 ਹਫ਼ਤੇ ਜ਼ਰੂਰ ਲੈ ਕੇ ਆਓ। ਬਿਕੋਜ਼ ਆਪਾਂ ਦੁਬਾਰਾ ਲੰਬੀ ਫਲਾਈਟ ਵੀ ਲੈਣੀ ਹੈਗੀ ਹੈ। ਪਹਿਲੇ 6 ਤੋਂ 8 ਹਫ਼ਤੇ ਵਿੱਚ ਕਈ ਵਾਰੀ ਬਲੱਡ ਕਲੌਟ ਹੋਣ ਦਾ ਵੀ ਰਿਸਕ ਰਹਿੰਦਾ। ਤਾਂ 2 ਮਹੀਨੇ ਆਪਾਂ ਕਹਿੰਦੇ ਆ ਕਿ ਪੇਸ਼ੈਂਟ ਮਿਨੀਮਮ ਲੈ ਕੇ ਜ਼ਰੂਰ ਆਉਣ ਤੋਂ ਪਹਿਲਾਂ ਜ਼ਰੂਰ WhatsApp 'ਤੇ ਜਾਂ ਕਿਸੇ ਰਾਹੀਂ ਫ਼ੋਨ ਕਰਕੇ ਮੈਨੂੰ ਕੰਟੈਕਟ ਕਰ ਸਕਦੇ ਨੇ, ਅਤੇ ਉਸ ਤੋਂ ਬਾਅਦ ਆਪਣੀ ਅਪਾਇੰਟਮੈਂਟ ਬੁੱਕ ਕਰ ਲੈਣ। ਅਤੇ ਜਦੋਂ ਆਉਂਦੇ ਨੇ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਕੇ ਵਿਦਿਨ 4 to 5 ਡੇਜ਼ ਉਹਨਾਂ ਦੀ ਸਰਜਰੀ ਕਰੀਏ, ਤਾਂ ਕਿ ਜਿੰਨਾ ਵੀ ਉਹ ਟਾਈਮ ਲੈ ਕੇ ਆ ਰਹੇ ਨੇ ਆਪਾਂ ਮੈਕਸਿਮਮ ਉਹਨੂੰ ਯੂਜ਼ ਕਰ ਸਕੀਏ, ਬਾਅਦ ਦੇ ਵਿੱਚ ਫੋਲੋਅਪ ਵੀ ਨਾਲ ਕਰਕੇ। ਜੀ ਡਾਕਟਰ ਸਾਹਿਬ, ਇੱਕ ਹੋਰ ਗੱਲ ਜ਼ਰੂਰ ਸਾਡੇ ਨਾਲ ਚਾਨਣਾ ਪਾਇਓ ਕਿ ਜਦੋਂ ਤੁਸੀਂ ਹੁਣ ਟੈਕਨੀਕ ਤੁਹਾਡੀ ਕੋਲ ਬੜੀ ਸ਼ਾਨਦਾਰ ਆ ਗਈ ਹੈ, ਰੋਬੋਟਿਕ ਤਰੀਕੇ ਦੇ ਨਾਲ ਆਪਰੇਸ਼ਨ ਹੁੰਦਾ ਹੈ, ਇਸ ਦੇ ਵਿੱਚ ਕੋਈ ਜਿਹੜੀ ਸਮਾਂ ਅਵਧੀ ਆਲ ਓਵਰ ਵੀ ਘਟੀ ਹੈ? ਕਿਉਂਕਿ ਬਦਲਣ ਤੋਂ ਲੈ ਕੇ ਤੁਹਾਡੇ ਤੱਕ ਜਦੋਂ ਪੇਸ਼ੈਂਟ ਪਹੁੰਚਦਾ ਸੀ ਉੱਥੋਂ ਲੈ ਕੇ ਹੁਣ ਬਿਲਕੁਲ ਸਿਹਤ ਯਾਬਤਾ ਹੋਣ ਤੱਕ ਕੋਈ ਫਰਕ ਆਇਆ ਹੈ ਮੈਨੂਅਲੀ ਕਰਨ ਅਤੇ ਰੋਬੋਟਿਕ ਤਰੀਕੇ ਨਾਲ? ਇਹਦੇ ਵਿੱਚ ਜੀ ਜ਼ਮੀਨ ਆਸਮਾਨ ਦਾ ਫਰਕ ਆਇਆ ਹੈ। ਜਿਹੜੇ ਮਰੀਜ਼ਾਂ ਦੇ ਅਸੀਂ ਪਹਿਲੇ ਸਿੰਪਲ ਤਕਨੀਕ ਨਾਲ ਗੋਡੇ ਬਦਲੇ ਸੀ ਅਤੇ ਹੁਣ ਅਸੀਂ ਰੋਬੋਟ ਨਾਲ ਜਾਂ ਕੰਪਿਊਟਰ ਨਾਲ ਬਦਲ ਰਹੇ ਹਾਂ, ਉਹ ਸਾਨੂੰ ਦੱਸ ਰਹੇ ਨੇ ਕਿ ਜੀ ਪਹਿਲੇ ਸਾਨੂੰ ਦਿੱਕਤ ਵੱਧ ਆਈ ਸੀ, ਦਰਦ ਵੱਧ ਹੋਇਆ ਸੀਗਾ। ਅਤੇ ਮੋਸਟਲੀ ਜਦੋਂ ਤੱਕ ਉਹ ਸਾਡੇ ਕੋਲ 2 ਹਫ਼ਤਿਆਂ ਨੂੰ ਟਾਂਕੇ ਕਟਾਉਣ ਆ ਰਹੇ ਨੇ ਤਾਂ ਨਾ ਉਹਨਾਂ ਦੇ ਹੱਥ 'ਚ ਵੋਕਰ ਹੁੰਦਾ, ਨਾ ਹੀ ਸੋਟੀ ਹੁੰਦੀ ਹੈ। ਉਹ ਆਪਣੇ ਆਪ ਪੌੜੀ ਚੜ੍ਹ ਕੇ ਆਉਂਦੇ ਨੇ ਮੇਰੇ ਕੋਲ, ਇੱਥੇ ਚੱਲ ਕੇ ਮੇਰੇ ਕੋਲ ਆਉਂਦੇ ਨੇ, ਵਿਦਆਊਟ ਸਪੋਰਟ ਆਉਂਦੇ ਨੇ। ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ, ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਤਾਂ ਰਿਕਵਰੀ ਜਿਹੜੀ ਅਰਲੀ ਰਿਕਵਰੀ, ਤਾਂ ਸਾਰੀ ਵਰਲਡ ਦੇ ਵਿੱਚ ਸਟੱਡੀਜ਼ ਬਹੁਤ ਹੋ ਚੁੱਕੀਆਂ ਨੇ ਕਿ ਅਰਲੀ ਰਿਕਵਰੀ ਤਾਂ ਬਹੁਤ ਫਾਸਟ ਹੈ ਹੀ ਹੈ, ਕਿਉਂਕਿ ਆਪਾਂ ਅੰਦਰੋਂ ਮਸਲ ਨੂੰ ਛੇੜਛਾੜ ਨਹੀਂ ਕਰ ਰਹੇ, ਕਾਇਨੇਮੈਟਿਕ ਅਲਾਈਨਮੈਂਟ ਦੇ ਰਹੇ ਹਾਂ, ਜਿਹਦੇ ਨਾਲ ਕਿ ਗੋਡੇ ਨੂੰ ਨੈਚੁਰਲ ਫੀਲ ਵੀ ਆ ਰਹੀ ਹੈ। ਪਹਿਲੇ ਮੈਂ ਦੱਸਣਾ ਭੁੱਲ ਗਿਆ, ਇਹ ਵੀ ਇੱਕ ਇਹਦਾ ਐਡੀਸ਼ਨਲ ਪੁਆਇੰਟ ਹੈ। ਰੋਬੋਟਿਕ ਨਾਲ ਜਦੋਂ ਆਪਾਂ ਗੋਡਾ ਕਰਦੇ ਹਾਂ ਤਾਂ ਉਹ ਇੱਕ ਬਿਲਕੁਲ ਪੁਰਾਣੀ ਐਨੈਟਮੀ ਨੂੰ ਰੈਪਲੀਕੇਟ ਕਰਦਾ, ਜਿਵੇਂ ਕਿ ਜਵਾਨੀ ਦੇ ਵਿੱਚ ਹੁੰਦਾ ਸੀਗਾ, ਅਤੇ ਉਹਦੇ ਕਰਕੇ ਇੱਕ ਬਹੁਤ ਹੀ ਜ਼ਿਆਦਾ ਨੈਚੁਰਲ ਫੀਲ ਆ ਰਿਹਾ। ਕਈ ਵਾਰ ਪੇਸ਼ੈਂਟਸ ਨੂੰ ਲੱਗਦਾ ਸੀਗਾ ਕਿ ਦਰਦ ਨਹੀਂ ਹੈਗਾ, ਬਟ ਓਪਰਾ ਜਿਹਾ ਲੱਗਦਾ, ਤਾਂ ਉਹ ਵਾਲੀ ਫੀਲਿੰਗ ਵੀ ਇਹਦੇ ਨਾਲ ਕਾਫੀ ਘੱਟ ਗਈ ਹੈਗੀ ਹੈ। ਤਾਂ ਨੈਚੁਰਲ ਫੀਲ ਆਉਂਦੀ ਹੈ, ਪਲੱਸ ਰਿਕਵਰੀ ਫਾਸਟ ਤਾਂ ਹੈ ਹੀ ਹੈ। ਲੌਂਗ ਟਰਮ ਦੀ ਆਪਾਂ ਜੇ ਗੱਲ ਕਰੀਏ 20 ਸਾਲ 25 ਸਾਲ, ਉਦੋਂ ਤੱਕ ਵੀ ਇਹਦੇ ਵਿੱਚ ਰਿਜ਼ਲਟਸ ਜ਼ਿਆਦਾ ਅੱਛੇ ਆਉਣਗੇ। ਜੀ ਹੁਣ ਤਕਨੀਕ ਤਾਂ ਤੁਹਾਡੇ ਕੋਲ ਆ ਹੀ ਗਈ ਹੈ, ਉਸ ਦੇ ਨਾਲ ਤਾਂ ਗੋਡਾ ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਆਰਾਮਦਾਇਕ ਫੀਲ ਹੁੰਦਾ ਹੈ, ਨੈਚੁਰਲ ਫੀਲ ਹੁੰਦਾ ਹੈ। ਤਾਂ ਜ਼ਰੂਰ ਕੋਈ ਦਵਾਈਆਂ ਜਿਹੜੀਆਂ ਇਸ ਦੇ ਲਈ ਵਰਤੀਆਂ ਜਾਂਦੀਆਂ ਸੀ ਉਸ ਦੇ ਵਿੱਚ ਵੀ ਕਮੀ ਆਈ ਹੋਊਗੀ? ਬਿਲਕੁਲ ਜੀ, ਜੇਕਰ ਦਰਦ ਘੱਟ ਹੋਏਗਾ, ਕਮਜ਼ੋਰੀ ਘੱਟ ਆਏਗੀ, ਤਾਂ ਮੈਡੀਸਿਨਸ ਵੀ ਘੱਟ ਹੀ ਵਰਤਣੀਆਂ ਪੈਣਗੀਆਂ। ਤਾਂ ਰਿਕਵਰੀ ਓਵਰਆਲ ਬਹੁਤ ਫਾਸਟ ਹੋ ਗਈ ਹੈਗੀ ਹੈ। ਤਾਂ ਪੇਸ਼ੈਂਟਸ ਮੰਨ ਕੇ ਚੱਲੋ ਉਹੀ ਹੈ, ਤੀਸਰੇ ਦਿਨ ਤੱਕ ਆਪਣਾ ਚੱਲਣਾ ਫਿਰਨਾ ਬਿਲਕੁਲ ਨਾਰਮਲ ਸ਼ੁਰੂ ਹੋ ਜਾਂਦੇ ਨੇ। ਉਦੋਂ ਤੱਕ ਆਪਾਂ ਜੋ ਡਿਸਚਾਰਜ ਕਰਦੇ ਹਾਂ, ਮੰਨ ਕੇ ਚੱਲੋ ਸਾਰੀਆਂ ਐਕਟੀਵਿਟੀਜ਼ ਵਿਦਿਨ 1 ਮੰਥ, ਜਿਵੇਂ ਕਿਸੇ ਨੇ ਘਰੇ ਖੜ੍ਹ ਕੇ ਕੋਈ ਕੰਮ ਕਰਨਾ ਹੈ, ਰੋਟੀ ਪਕਾਉਣੀ ਹੈ, ਉਹ ਸਾਰਾ ਕੁਛ ਵੀ ਆਪਾਂ ਵਿਦਿਨ 1 ਮੰਥ ਐਕਸਪੈਕਟ ਕਰਦੇ ਹਾਂ ਕਿ ਪੇਸ਼ੈਂਟ ਆਪਣੇ ਨਾਰਮਲ ਕੰਮਾਂ ਕਾਜਾਂ ਦੇ ਵਿੱਚ ਮਹੀਨੇ ਤੱਕ ਜਾ ਸਕਦੇ ਨੇ। ਅਤੇ ਜਿਨ੍ਹਾਂ ਨੇ ਭਾਰੀ ਕੰਮ ਕਰਨੇ ਨੇ, ਕਿਸੇ ਨੇ ਖੇਤੀ ਵਾਲਾ ਕੰਮ ਕਰਨਾ ਹੈਗਾ, ਟਰੈਕਟਰ ਚਲਾਉਣਾ ਹੈ, ਉਹ ਸਾਰਾ ਅਪ ਟੂ 2 to 3 ਮੰਥਸ ਦੇ ਵਿੱਚ ਸਾਰਾ ਕੁਛ ਆਪਣੇ ਕੰਮ ਕਾਜ ਦੇ ਵਿੱਚ ਜਾ ਸਕਦਾ ਹੈਗਾ। ਤਾਂ ਟਾਈਮਿੰਗ ਦੇ ਵਿੱਚ, ਦਵਾਈਆਂ ਦੇ ਵਿੱਚ ਬਹੁਤ ਘਾਟ ਆਈ ਹੈਗੀ ਹੈ। ਪਲੱਸ
ਜਿਹੜੀਆਂ ਦਵਾਈਆਂ ਦੇ ਵਿੱਚ ਐਡਵਾਂਸਮੈਂਟ ਵੀ ਬਹੁਤ ਆਈ ਹੈ। ਜਿਵੇਂ ਆਪਾਂ ਪਹਿਲੇ ਡਰਦੇ ਸੀ ਨਾ ਦਰਦ ਤੋਂ, ਤਾਂ ਉਹ ਵੀ ਦਵਾਈਆਂ ਇੰਨੀਆਂ ਕਿ ਐਡਵਾਂਸ ਹੋ ਗਈਆਂ ਨੇ ਕਿ ਆਪਾਂ ਦਵਾਈ ਜਿਹੜੀ ਦਿੰਦੇ ਆ ਉਹਦੇ ਨਾਲ ਪੇਸ਼ੈਂਟ ਨੂੰ ਦਰਦ ਮਹਿਸੂਸ ਨਹੀਂ ਹੁੰਦਾ, ਤਾਂ ਹੀ ਅਗਲੇ ਦਿਨ ਉਹ ਖੜਾ ਹੋ ਕੇ ਚੱਲਣਾ ਫਿਰਨਾ ਸ਼ੁਰੂ ਕਰਾ ਪਾਉਂਦਾ। ਤਾਂ ਓਵਰਆਲ ਐਡਵਾਂਸਮੈਂਟਸ ਐਨੈਸਥੀਸੀਆ ਟੈਕਨੀਕਸ ਦੇ ਵਿੱਚ, ਸਰਜਰੀ ਟੈਕਨੀਕਸ ਦੇ ਵਿੱਚ ਅਤੇ ਫਿਜ਼ੀਓਥੈਰੇਪੀ ਦੇ ਵਿੱਚ ਬਹੁਤ ਆਈਆਂ ਨੇ। ਦੇਖੋ ਜਿਹੜਾ ਸਾਡਾ ਪ੍ਰੋਟੋਕੋਲ ਹੈ, ਅਸੀਂ ਚੌਥੇ ਜਾਂ ਪੰਜਵੇਂ ਦਿਨ ਤੱਕ ਪੇਸ਼ੈਂਟ ਦੇ 100+ ਗੋਡੇ ਮੋੜਨੇ ਸ਼ੁਰੂ ਕਰ ਦਿੰਦੇ ਹਾਂ, ਜਿਹੜੇ ਕਿ ਬਾਹਰਲੇ ਦੇਸ਼ਾਂ ਵਿੱਚ ਜਿੰਨਾ ਕੁ ਵੀ ਹੁਣ ਮਰੀਜ਼ਾਂ ਤੋਂ ਅਸੀਂ ਸੁਣਦੇ ਹਾਂ ਜਿਹੜੇ ਇੱਥੇ ਆ ਕੇ ਕਰਾ ਰਹੇ ਨੇ ਕਿ ਜੀ ਅਸੀਂ ਜਿਹੜਾ ਪਹਿਲੇ ਕਰਾਇਆ ਸੀਗਾ ਉਹਨਾਂ ਨੇ ਹਫ਼ਤਾ 10 ਦਿਨ ਕੁਝ ਵੀ ਨਹੀਂ ਕਰਾਇਆ ਅਤੇ ਪਿਛਲੇ ਅਗਲੇ 3 ਮਹੀਨੇ ਲੱਗ ਗਏ ਸਾਨੂੰ ਮੂਵਮੈਂਟ ਲਿਆਉਂਦਿਆਂ ਨੂੰ। ਤਾਂ ਇਹਦੇ ਵਿੱਚ ਕੀ ਹੈ ਕਿ ਹੁਣ ਕਿਉਂਕਿ ਚੀਰ-ਫਾੜ ਅੰਦਰੋਂ ਨਹੀਂ ਆਪਾਂ ਕਰ ਰਹੇ ਹੈਗੇ, ਮਸਲਸ ਨੂੰ ਨਹੀਂ ਟੱਚ ਕਰ ਰਹੇ, ਤਾਂ ਉਹਦੇ ਵਿੱਚ ਆਪਣਾ ਰਿਕਵਰੀ ਵੀ ਫਾਸਟ ਹੈ, ਗੋਡਾ ਮੋੜਨਾ ਵੀ ਈਜ਼ੀਲੀ ਜਲਦੀ ਸ਼ੁਰੂ ਹੋ ਜਾਂਦੇ ਨੇ ਅਤੇ ਪੇਸ਼ੈਂਟ ਬਾਅਦ ਦੇ ਵਿੱਚ ਬਹੁਤ ਕੰਫਰਟੇਬਲ ਫੀਲ ਕਰਦੇ ਨੇ ਕਿ ਉਹਨਾਂ ਨੂੰ 3 ਮਹੀਨੇ ਤੱਕ ਉਹ ਦਰਦ ਮੋੜਨ ਦਾ ਨਹੀਂ ਸਹਿਣਾ ਪਿਆ। ਜੀ, ਸੋ ਜਿੱਦਾਂ ਤੁਸੀਂ ਹੁਣੇ ਦੱਸ ਕੇ ਹਟੇ ਹੋ ਕਿ ਤੁਸੀਂ ਹੱਥੀਂ 5000 ਤੋਂ ਵੱਧ ਨੀ ਰਿਪਲੇਸਮੈਂਟ ਕਰ ਚੁੱਕੇ ਹੋ। ਸੋ ਫਲੈਸ਼ ਹੋ ਰਹੇ ਨੇ ਨੰਬਰ ਅਤੇ ਐਡਰੈਸ, ਡਾਕਟਰ ਸਾਹਿਬ ਤੱਕ ਪਹੁੰਚ ਕਰ ਸਕਦੇ ਹੋ, ਇਲਾਜ ਕਰਵਾ ਸਕਦੇ ਹੋ ਬੜੇ ਸੁਖਾਲੇ ਤਰੀਕੇ ਦੇ ਨਾਲ। ਜਿਸ ਤਰ੍ਹਾਂ ਉਹਨਾਂ ਨੇ ਸਮਝਾਇਆ, ਇੰਨਾ ਹੀ ਸੁਖਾਲਾ ਇਹ ਤਰੀਕਾ ਹੈ ਜਿਸ ਦੇ ਨਾਲ ਇਹ ਸਾਰਾ ਇਲਾਜ ਕੀਤਾ ਜਾਂਦਾ ਹੈ। ਡਾਕਟਰ ਸਾਹਿਬ, ਹੱਥੀਂ ਤਾਂ ਤੁਸੀਂ ਦੱਸਦੇ ਕਿੰਨੇ ਕੀਤੇ ਆ, ਹੁਣ ਜਿਹੜੀ ਨਵਾਂ ਰੋਬੋਟਿਕ ਸਿਸਟਮ ਆਇਆ ਉਹਦੇ ਨਾਲ ਕਿੰਨੇ ਕਰ ਚੁੱਕੇ ਹੋ ਅਤੇ ਰਿਜ਼ਲਟ ਉਹਦਾ ਕੀ ਬੋਲਦਾ ਹੁਣ ਤੱਕ ਦਾ? ਦੇਖੋ ਹਜੇ ਸਾਡੇ ਕੋਲ ਰੋਬੋਟ ਆਇਆ ਨੂੰ ਸਿਰਫ 25 ਡੇਜ਼ ਹੋਏ ਨੇ ਅਤੇ ਅਸੀਂ ਮੋਰ ਦੈਨ 50 ਸਰਜਰੀਜ਼ ਆਲਰੇਡੀ ਕਰ ਚੁੱਕੇ ਹੈਗੇ ਹਾਂ ਅਤੇ ਅਗਲੇ 1 ਜਾਂ ਮਹੀਨੇ ਦੇ ਵਿੱਚ ਕਹਿ ਲਓ ਅਪੋਇੰਟਮੈਂਟਸ ਆਲਰੇਡੀ ਇਹਦੀਆਂ ਮੋਰ ਦੈਨ 100 ਹੋ ਚੁੱਕੀਆਂ ਹੈਗੀਆਂ। ਲੋਕ ਵਿਸ਼ਵਾਸ ਦਿਖਾ ਰਹੇ ਹੈਗੇ ਨੇ। ਅਤੇ ਦੇਖੋ ਇਹ ਨਹੀਂ ਹੈ ਕਿ ਰੋਬੋਟ ਪਹਿਲਾਂ ਆਇਆ ਹੈਗਾ, ਰੋਬੋਟ ਇਹੀ ਇੰਡੀਆ ਦੇ ਵਿੱਚ 3 ਸਾਲਾਂ ਤੋਂ ਚੱਲ ਰਹੇ ਹੈਗੇ ਨੇ, US ਦੇ ਵਿੱਚ ਜਾਂ ਕੋਰੀਆ ਦੇ ਵਿੱਚ ਪਿਛਲੇ 10 ਸਾਲਾਂ ਤੋਂ ਚੱਲ ਰਹੇ ਨੇ। ਪੰਜਾਬ ਦੇ ਵਿੱਚ ਆਪਾਂ ਜ਼ਰੂਰ ਹੁਣ ਕਹਿ ਲਓ ਹੈਗੇ ਤਾਂ ਲੇਟ ਆ, ਬਟ ਸਟਿਲ ਆਪਣੇ ਵੱਲੋਂ ਜਿੰਨੀ ਜਲਦੀ ਅਸੀਂ ਲਿਆ ਸਕੇ ਉਹ ਲੈ ਕੇ ਆਏ ਹੈਗੇ ਆ। ਤਾਂ ਰੋਬੋਟਿਕ ਸਰਜਰੀ ਦੇ ਵਿੱਚ ਲੋਕਾਂ ਨੂੰ ਬਹੁਤ ਵਿਸ਼ਵਾਸ ਹੋ ਰਿਹਾ। ਜਿਹੜੇ ਵੀ ਪੜ੍ਹੇ ਲਿਖੇ ਲੋਕ ਨੇ ਜਾਂ ਜਿਹੜੇ ਵੀ ਸਿਆਣੇ ਹੈਗੇ ਨੇ ਉਹਨਾਂ ਨੂੰ ਆਪਾਂ ਗਾਈਡ ਕਰਦੇ ਹਾਂ, ਜਦੋਂ ਦੱਸਦੇ ਹਾਂ ਕਿ ਇਹ ਵਾਲੀ ਚੀਜ਼ਾਂ ਦਾ ਇਹ ਫਾਇਦਾ ਹੋ ਰਿਹਾ ਇਹਦੇ ਵਿੱਚ, ਤਾਂ ਕੋਈ ਵੀ ਦੇਖੋ ਆਪਣੀ ਸਿਹਤ ਤੋਂ ਉੱਪਰ ਤਾਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਕਹਿੰਦਾ ਕਿ ਜੀ ਸਿਹਤ ਲਈ ਸਭ ਕੁਝ ਹੈਗਾ, ਜੇ ਆਪ ਤੁਰਦੇ ਫਿਰਦੇ ਰਵਾਂਗੇ ਤਾਂ ਬੈਟਰ ਹੋਊਗਾ। ਪਲੱਸ ਜਿਹੜੇ ਵੀ ਲੋਕ ਚਾਹੁੰਦੇ ਨੇ ਕਿ ਅਰਲੀ ਰਿਕਵਰੀ ਹੋਏ, ਜੇ ਕਿਸੇ ਨੇ ਕੰਮ 'ਤੇ ਛੇਤੀ ਜਾਣਾ ਹੈ, ਘਰ ਸਪੋਰਟ ਸਿਸਟਮ ਘੱਟ ਹੈਗਾ ਕਿ ਘਰੇ ਵੀ ਆਪ ਹੀ ਕੰਮ ਸਾਰਾ ਸਾਂਭਣਾ, ਤਾਂ ਉਹਨਾਂ ਸਾਰਿਆਂ ਨੇ ਤਾਂ ਇਸ 'ਤੇ ਸਵਿਚ ਔਨ ਕੀਤਾ ਹੀ ਹੈਗਾ। ਅਤੇ ਮੋਸਟਲੀ ਲੋਕ 50% ਲੋਕ ਤਾਂ ਇਹ ਆ ਕਹਿੰਦੇ ਡਾਕਟਰ ਸਾਹਿਬ ਜਿਹੜੀ ਤੁਹਾਨੂੰ ਚੀਜ਼ ਬੈਸਟ ਲੱਗਦੀ ਹੈ ਉਹ ਤੁਸੀਂ ਕਰੋ। ਅਤੇ ਹੁਣ ਦੇਖੋ ਬੈਸਟ ਆਫ ਦਾ ਬੈਸਟ ਟੈਕਨੀਕਸ ਆਪਾਂ ਵਰਲਡ ਦੇ ਵਿੱਚੋਂ ਜਿਹੜੀਆਂ ਲੈ ਕੇ ਆਏ ਹੈਗੇ ਆ, ਤਾਂ ਹੁਣ ਆਪਾਂ ਜ਼ਰੂਰ ਉਹਦੀ ਸੇਵਾ ਲੋਕਾਂ ਨੂੰ ਦੇਣਾ ਚਾਹਾਂਗੇ। ਬਟ ਰਿਜ਼ਲਟਸ ਦੇ ਵਿੱਚ ਜਿਹੜੇ ਤੁਸੀਂ ਗੱਲ ਕਰੋ ਤਾਂ ਲੋਕ ਆਪਣੇ ਆਪ ਬੋਲ ਕੇ ਮੂੰਹੋਂ ਬੋਲ ਕੇ ਜਾ ਰਹੇ ਜੀ ਕਿ ਹੁਣ ਸਾਨੂੰ ਇਸ ਤਕਨੀਕ ਦੇ ਨਾਲ ਬਹੁਤ ਹੀ ਜ਼ਿਆਦਾ ਰਿਲੈਕਸ ਫੀਲ ਹੋਇਆ ਅਤੇ ਸਾਨੂੰ ਬਿਲਕੁਲ ਐਂ ਫੀਲ ਨਹੀਂ ਹੋਇਆ ਕਿ ਸਾਡਾ ਓਪਰੇਸ਼ਨ ਹੋਇਆ। ਕਿਉਂਕਿ ਮਨ ਦਾ ਡਰ ਹੁੰਦਾ ਜੀ ਓਪਰੇਸ਼ਨ ਕਰਾਉਣਾ, ਕਹਿਣਾ ਸੌਖਾ ਲੱਗਦਾ ਹੈ, ਅਸੀਂ ਵੀ ਕਹਿ ਤਾਂ ਦਿੰਦੇ ਹਾਂ ਮਰੀਜ਼ ਨੂੰ, ਬਟ ਇੱਕ ਵਾਰੀ ਤਾਂ ਮਨ ਬਣਾਉਣ ਦੇ ਵਿੱਚ, ਕਰੜਾ ਕਰਨ ਦੇ ਵਿੱਚ ਟਾਈਮ ਲੱਗ ਜਾਂਦਾ। ਪੇਸ਼ੈਂਟਸ ਕਈ ਬਹੁਤ ਟਾਈਮ ਲਗਾ ਜਾਂਦੇ ਨੇ, ਸੋਚਦੇ ਗੋਡੇ ਬਹੁਤ ਵਿੰਗੇ ਕਰ ਲੈਂਦੇ ਨੇ। ਬਟ ਇਹੀ ਉਹਨਾਂ ਨੂੰ ਮੈਂ ਹੌਸਲਾ ਦੇਣਾ ਚਾਹੂੰਗਾ ਕਿ ਇੰਨੀ ਦਿੱਕਤ ਨਹੀਂ ਹੈਗੀ ਜਿੰਨੀ ਤੁਸੀਂ ਆਲਰੇਡੀ ਦਿੱਕਤ 'ਚ ਹੈਗੇ ਹੋ। ਇੱਕ ਰਾਤ ਦੇ ਵਿੱਚ ਤੁਸੀਂ ਅਗਲੇ ਦਿਨ ਉੱਠ ਕੇ ਨੋਰਮਲ ਤੁਰਨਾ ਫਿਰਨਾ ਸ਼ੁਰੂ ਕਰ ਸਕਦੇ ਹੋ। ਜਿਹੜੀ ਚੀਜ਼ ਤੁਸੀਂ ਇੰਨੀ ਦੇਰ ਤੋਂ ਨਹੀਂ ਕੀਤੀ ਹੈ ਉਹ ਲਾਈਫ ਤੁਸੀਂ ਵਾਪਸ ਪਾ ਸਕਦੇ ਹੋ। ਉਹੀ ਚੱਕਰ ਅਡੋਪਸ਼ਨ ਆਫ ਇਨੋਵੇਸ਼ਨ ਦਾ ਚੱਕਰ ਪੈ ਜਾਂਦਾ। ਇਨੋਵੇਸ਼ਨ ਨੂੰ ਕਈ ਵਾਰੀ ਆਪਾਂ ਅਡੋਪਟ ਬਹੁਤ ਲੇਟ ਕਰਦੇ ਹਾਂ, ਪਰ ਤੁਹਾਨੂੰ ਫਿਰ ਵੀ ਸਿਹਰਾ ਜਾਂਦਾ ਤੁਸੀਂ ਪੰਜਾਬ ਦੇ ਵਿੱਚ ਪਹਿਲੇ ਹੋ ਜਿਨ੍ਹਾਂ ਨੇ ਮਾਰਕਾ ਮਾਰਿਆ ਹੈ। ਅਤੇ ਡਾਕਟਰ ਸਾਹਿਬ ਦੇ ਨਾਲ ਤੁਸੀਂ ਪਹੁੰਚ ਕਰਨੀ ਹੈ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਗੋਡਿਆਂ ਦੇ ਦਰਦ ਤੋਂ, ਗੋਡਿਆਂ ਦੇ ਵਿੱਚ ਕਿਸੇ ਵੀ ਹੋਰ ਤਰ੍ਹਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਹਸਪਤਾਲ ਨਾਗਪਾਲ ਸੁਪਰ ਸਪੈਸ਼ਲਿਟੀ ਹੌਸਪੀਟਲ, ਮਾਲ ਰੋਡ, ਬਠਿੰਡਾ, ਇੱਥੇ ਤੁਸੀਂ ਜ਼ਰੂਰ ਪਹੁੰਚ ਕਰਨੀ ਹੈ। ਆਖਰੀ ਸੰਦੇਸ਼ ਤੁਹਾਡੇ ਸਾਰਿਆਂ ਦੇ ਲਈ ਡਾਕਟਰ ਸਾਹਿਬ ਦੇ ਕੋਲੋਂ ਲੈ ਲੈਂਦੇ ਹਾਂ। ਡਾਕਟਰ ਸਾਹਿਬ, ਕਿਸੇ ਸਾਰੇ ਜਿੰਨੀ ਵੀ ਆਡੀਅנס ਦੇਖ ਰਹੀ ਹੈ ਉਹਨਾਂ ਨੂੰ ਇੱਕ ਸੰਦੇਸ਼ ਜਿਹੜਾ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਦੇਣਾ ਚਾਹੋ ਉਹ ਕੀ ਹੈ? ਦੇਖੋ ਜੀ, ਸਭ ਤੋਂ ਪਹਿਲਾ ਸੰਦੇਸ਼ ਹੈ ਜੀ ਕਿ ਆਪਾਂ ਇਸ ਕੰਡੀਸ਼ਨ 'ਤੇ ਪਹੁੰਚਣ ਤੋਂ ਜ਼ਰੂਰ ਬਚਾਅ ਕਰ ਸਕੀਏ। ਉਹਦੇ ਲਈ ਕੀ ਹੈ, ਇੱਕ ਹੈਲਦੀ ਲਾਈਫ ਸਟਾਈਲ, ਐਕਸਰਸਾਈਜ਼ ਕਰੀਏ, ਸਾਈਕਲਿੰਗ ਕਰੀਏ, ਆਪਣੀ ਡਾਇਟ ਦਾ ਖਿਆਲ ਰੱਖੀਏ, ਜਿਹੜੇ ਫੈਟ ਵਧਾਉਣ ਵਾਲੀਆਂ ਚੀਜ਼ਾਂ ਨਾ ਖਾਈਏ, ਐਕਸਰਸਾਈਜ਼ ਨਾਲ ਆਪਣੇ ਮਸਲਸ ਨੂੰ, ਜੁਆਇੰਟਸ ਨੂੰ ਹੈਲਦੀ ਰੱਖੀਏ। ਬਾਈ ਚਾਂਸ ਜੇ ਕਿਸੇ ਨੂੰ ਦਿੱਕਤ ਸ਼ੁਰੂ ਹੁੰਦੀ ਹੈ ਤਾਂ ਉਹ ਜ਼ਰੂਰ ਆਪਣਾ ਇੱਕ ਪ੍ਰੋਪਰ ਡਾਕਟਰ ਨੂੰ ਚੈੱਕ ਕਰਾਏ, ਰਾਦਰ ਦੈਨ ਗੂਗਲ 'ਤੇ ਜਾ ਕੇ ਆਪ ਦਵਾਈਆਂ ਸ਼ੁਰੂ ਕਰ ਲਈਏ। ਅਰਲੀ ਸਟੇਜ 'ਤੇ ਕਈ ਵਾਰੀ ਜੇ ਆਪਾਂ ਬਿਮਾਰੀ ਨੂੰ ਫੜ ਲਈਏ ਨਾ ਤਾਂ ਐਂਡ ਸਟੇਜ 'ਤੇ ਪਹੁੰਚਣ ਤੋਂ ਆਪਾਂ ਨੂੰ ਰੋਕ ਸਕਦੇ ਹਾਂ। ਤਾਂ ਆਪਣੇ ਪ੍ਰੋਪਰ ਡਾਕਟਰ ਨੂੰ ਚੈੱਕ ਕਰਾਓ, ਜਿਹੜਾ ਵੀ ਤੁਹਾਡੇ ਨੇੜੇ ਅਵੇਲੇਬਲ ਹੈ, ਉਹਦੇ ਅਕੋਰਡਿੰਗਲੀ ਐਡਵਾਈਸ ਲੈ ਕੇ ਦਵਾਈ ਚੱਲੋ, ਐਕਸਰਸਾਈਜ਼ ਕਰਦੇ ਰਹੋ। ਅਤੇ ਬਾਈ ਚਾਂਸ ਜਦੋਂ ਕਹਿ ਲਓ ਨਾ ਕਿਸੇ ਕਿਤੇ ਤਾਂ ਇਨਐਵੀਟੇਬਲ ਹੈ, ਕਿਸੇ ਨੂੰ ਇਹ ਦਿੱਕਤ ਆਉਣੀ ਹੈ, ਅਤੇ ਜੇ ਆਪਣੀ ਲਾਸਟ ਸਟੇਜ ਪਹੁੰਚ ਗਈ ਹੈ ਤਾਂ ਜ਼ਰੂਰ ਇੱਕ ਇਹੋ ਜਿਹਾ ਹੌਸਪੀਟਲ ਚੂਜ਼ ਕਰੋ ਜਿੱਥੇ ਕਿ ਸਾਰੀ ਟੀਮ ਹੈਗੀ ਹੈ,
ਟੀਮ ਵਰਕ ਦੇ ਵਿੱਚ ਇੱਕ ਪ੍ਰੋਪਰ ICU ਹੋਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਬਜ਼ੁਰਗ ਬੰਦੇ ਨੇ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ BP ਹੈ, ਤਾਂ ਇੱਕ ਇਹੋ ਜਿਹੀ ਟੀਮ ਚਾਹੀਦੀ ਹੈ ਜਿਹਦੇ ਵਿੱਚ ਕਿ ਮੈਡੀਸਨ ਦੇ ਡਾਕਟਰ ਹੋਣ, ਫਿਜ਼ੀਸ਼ੀਅਨਸ ਜਿਹੜੇ ਕਿ ਬਾਅਦ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਟੇਕ ਕੇਅਰ ਕਰ ਸਕਣ। ਦੂਸਰਾ, ਇੱਕ ਅੱਛੀ ਫਿਜ਼ੀਓਥੈਰੇਪੀ ਟੀਮ ਹੋਣੀ ਬਹੁਤ ਜ਼ਰੂਰੀ ਹੈ। ਇੱਕ ਅੱਛਾ ਮੋਡੂਲਰ ਆਪਰੇਸ਼ਨ ਥੀਏਟਰ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕਿ ਇਨਫੈਕਸ਼ਨ ਰੇਟ ਘਟਦਾ ਹੈ, ਅਤੇ ਇੱਕ ਐਕਸਪੀਰੀਅੰਸ ਸਰਜਨ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇੱਕ ਸਾਰੇ ਫੈਕਟਰਸ ਨੂੰ ਆਪਾਂ ਕੰਸੀਡਰ ਕਰੀਏ, ਇਕੱਲੀ ਕੋਸਟ 'ਤੇ ਕਦੇ ਵੀ ਨਾ ਜਾਈਏ, ਬਿਕੋਜ਼ ਸਿਹਤ ਸਭ ਤੋਂ ਉੱਪਰ ਇੰਪੋਰਟੈਂਟ ਹੈਗੀ ਹੈ। ਤਾਂ ਉਹੀ ਹੈ, ਆਪਣਾ ਹੈਲਦੀ ਰਹੋ, ਅਤੇ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਆਪਣਾ ਪ੍ਰੋਪਰ ਵਾਈਜ਼ਲੀ ਡਿਸੀਜਨ ਲੈ ਕੇ ਆਪਣਾ ਸੈਂਟਰ ਚੂਜ਼ ਕਰੋ ਜਿੱਥੇ ਵੀ ਆਪਾਂ ਕਰਾਉਣਾ ਹੈਗਾ। ਜੀ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ, ਇੰਨੀ ਵਡਮੁੱਲੀ ਜਾਣਕਾਰੀ ਤੁਸੀਂ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਇਹ ਸਾਲ ਸਾਡੇ ਨਾਲ ਡਾਕਟਰ ਪਰਮਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬੜੀ ਖੂਬਸੂਰਤੀ ਦੇ ਨਾਲ ਹਰ ਗੱਲ ਤੇ ਚਾਨਣਾ ਪਾਇਆ ਹੈ ਤੇ ਫੁੱਲੀ ਐਕਟਿਵ ਰੋਬੋਟਿਕ ਸਿਸਟਮ ਦੇ ਨਾਲ ਨੀ ਰਿਪਲੇਸਮੈਂਟ ਦਾ ਕੰਮ ਇੱਥੇ ਕੀਤਾ ਜਾਂਦਾ ਹੈ। ਇਸ ਹਸਪਤਾਲ ਦੇ ਵਿੱਚ ਤੁਸੀਂ ਪਹੁੰਚ ਕਰ ਸਕਦੇ ਹੋ, ਆਪਣਾ ਇਲਾਜ ਤਸੱਲੀ ਬਖਸ਼ ਕਰਵਾ ਸਕਦੇ ਹੋ, ਉਹ ਵੀ ਨਵੀਂ ਟੈਕਨੀਕ ਦੇ ਨਾਲ, ਜਿਹੜੀ ਕਿ ਪੰਜਾਬ 'ਚ ਪਹਿਲੀ ਵਾਰ ਆਈ ਹੈ, ਅਤੇ ਤਸੱਲੀ ਬਖਸ਼ ਰਿਜ਼ਲਟ ਜਿਸ ਤਰ੍ਹਾਂ ਤੁਹਾਨੂੰ ਡਾਕਟਰ ਸਾਹਿਬ ਨੇ ਚਾਨਣਾ ਪਾਇਆ ਹੈ ਕਿ 19 ਤੋਂ 99% ਤੱਕ ਦਾ ਇਸ ਦਾ ਪੂਰਾ ਚੰਗੇ ਤਰੀਕੇ ਦੇ ਨਾਲ ਰਿਜ਼ਲਟ ਸਾਹਮਣੇ ਆਉਂਦਾ ਹੈ। ਉਹ ਸਾਰੀ ਜਾਣਕਾਰੀ ਤੁਸੀਂ ਇਸ ਵੀਡੀਓ ਦੇ ਵਿੱਚ ਵੇਖੀ ਹੈ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਵੇਖਦੇ ਰਹੋ ਦਾ TV NRI। ਬਹੁਤ ਬਹੁਤ ਧੰਨਵਾਦ।